ਮੇਲ ਲਹੋ ਦਇਆਲ, ਟਹਿ ਪਏ ਦੁਆਰਿਆ। ਰਖ ਲੈ ਬਹੁ ਦੀਨ ਦਇਆਲ, ਭਰਮਤ ਬਹੁ ਹਾਰਿਆ। ਭਗਤ ਵਸ਼ਲ ਤੇਰਾ ਬਿਰਦ, ਹਰ ਪਤਤ ਉਧਾਰਿਆ। ਤੁਝ ਬਿਨ ਨਾਹੀ ਕੋਇ, ਬਿਨੋ ਮੋਹਿ ਸਾਰਿਆ। ਕਰ ਗਹਿ ਲਿਹੁ ਦਇਆਲ, ਸਾਗਰ ਸੰਸਾਰਿਆ। ਹਮ ਮੈਲੇ ਤੁਮ ਊਜਲ ਕਰਤੇ, ਹਮ ਨਿਰਗੁਣ ਤੂ ਦਾਤਾ। ਹਮ ਮੂਰਖ ਤੁਮ ਚਤੁਰ ਸਿਆਣੇ, ਤੂ ਸਰਬ ਕਲਾ ਕਾ ਗਿਆਤਾ। ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ। ਨੀਕੋ ਠਾਕੁਰ ਦੇਸਾ, ਤੁਮ ਸਭ ਸਾਜੇ ਸਾਜ ਨਿਵਾਜੇ। ਜਿਉ ਪਿੰਡ ਦੇ ਪ੍ਰਾਨਾ, ਨਿਰਗੁਣਿਆਰੇ ਗੁਣ ਨਹੀਂ ਕੋਈ। ਤੁਮ ਦਾਨ ਦੇਹੋ ਮਿਹਰਬਾਨਾ, ਤੁਮ ਨਿਧਾਨ ਅਟਲ ਸੁਲਤਾਨ। ਜੀ ਜੰਤ ਸਭ ਜਾਚੈ, ਕਹੋ ਨਾਨਕ ਹਮ ਇਹੈ ਹਵਾਲਾ। ਰਾਖ ਸੰਤਨ ਕੈ ਪਾਛੈ, ਹਉ ਅਪਰਾਧੀ ਗੁਨਹਗਾਰ। ਹਉ ਬੇਮੁਖ ਮੰਦਾ, ਚੋਰ ਜਿਆਰ ਜੁਆਰ ਹਉ। ਪਰ ਘਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ। ਠਗ ਦੇਸ ਠਗੰਦਾ, ਕਾਮ ਕ੍ਰੋਧ ਮਦ ਲੋਭ ਮੋਹ। ਅਹੰਕਾਰ ਕਰੰਦਾ, ਵਿਸਾਸ ਘਾਤੀ ਅਕਿਰਤ ਘਣ। ਮੈਂ ਕੋ ਨ ਰਖੰਦਾ, ਸਿਮਰ ਮੁਰੀਦਾਂ ਢਾਡੀਆ। ਸਤਿਗੁਰ ਬਖਸ਼ੰਦਾ, ਲੇਖੈ ਕਤਹਿ ਨ ਛੂਟੀਐ। ਖਿਨ ਖਿਨ ਭੂਲਨ ਹਾਰ, ਬਖਸ਼ਣ ਹਾਰ ਬਖਸ਼ ਲੈ। ਨਾਨਕ ਪਾਰ ਉਤਾਰ, ਮੂਕ ਉਚਰਹਿ ਸ਼ਾਸਤਰ ਖਟ। ਪਿੰਗ ਗਿਰਨ ਚੜ ਜਾਇ, ਅੰਧ ਲਖੈ ਬਦਰੋ ਸੁਨੈ। ਜੋ ਕਾਲ ਕਿਰਪਾ ਕਰਾਇ, ਜਾ ਮਹਿ ਅੰਮ੍ਰਿਤ ਗਿਆਨ ਹੈ। ਮਾਨਕ ਭਗਤ ਬੈਰਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ। ਬੰਦੋ ਕਰ ਅਨੁਰਾਗ, ਜਾ ਮਹਿ ਅੰਮ੍ਰਿਤ ਗਿਆਨ ਹੈ। ਮਾਨਕ ਭਗਤ ਬੈਰਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ। ਬੰਦੋ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਭੁਜੰਗ ਪ੍ਰਯਾਤ ਛੰਦ, ਨਮਸਤੰ ਅਕਾਲੇ ਨਮਸਤੰ ਕਿਰਪਾਲੇ। ਨਮਸਤੰ ਅਰੂਪੇ ਨਮਸਤੰ ਅਨੂਪੇ। ਭੁਜੰਗ ਪ੍ਰਯਾਤ ਛੰਦ, ਨਮਸਤੰ ਅਕਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਔਰ ਨਿਵਾਜੀ, ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ। ਆਪ ਜੀ ਅੰਮ੍ਰਿਤ ਵੇਲੇ ਤੋਂ ਰਸਮਈ ਆਨੰਦਮਈ ਬਾਣੀ ਦਾ ਆਨੰਦ ਮਾਣ ਰਹੇ ਹੋ। ਆਸਾ ਦੀ ਵਾਰ ਦੇ ਕੀਰਤਨ ਸਰਵਣ ਕਰਨਾ ਕੀਤੇ ਨੇ। ਸੋ ਆਓ ਹੁਣ ਸਤਿਗੁਰਾਂ ਦੀ ਕਿਰਪਾ ਸਦਕਾ ਜੋ ਲੜੀਵਾਰ ਇਹ ਸ਼ਬਦ ਦੀ ਕਥਾ ਚੱਲ ਰਹੀ ਹੈ,
ਸਤਿਗੁਰਾਂ ਨੇ ਕਿਰਪਾ ਕਰਕੇ ਕੱਲ੍ਹ ਤੋਂ ਜੋ ਨਿਤਨੇਮ ਦੀ ਦੂਜੇ ਨੰਬਰ 'ਤੇ ਬਾਣੀ ਜਾਪ ਸਾਹਿਬ ਹੈ, ਉਸ ਦੀ ਕਥਾ ਪ੍ਰਾਰੰਭ ਕਰਾਈ ਹੈ। ਸਤਿਗੁਰੂ ਜੀ ਆਪ ਹੀ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸੰਪੂਰਨ ਕਰਵਾ ਲੈਣ। ਜੋ ਕੱਲ੍ਹ ਆਪਾਂ ਨੇ ਸਰਵਣ ਕਰਨਾ ਕੀਤਾ ਸੀ ਕਿ ਜੋ ਜਾਪ ਸਾਹਿਬ ਦੀ ਬਾਣੀ ਹੈ, ਇਹ ਸਤਿਗੁਰਾਂ ਨੇ ਸੱਚਖੰਡ ਵਿਖੇ ਉਚਾਰਨ ਕਰਨਾ ਕੀਤੀ ਹੈ। ਅਕਾਲ ਪੁਰਖ ਦੇ ਸਨਮੁਖ ਕਲਗੀਧਰ ਪਿਤਾ ਜੀ ਨੇ ਇਹ ਬਾਣੀ ਉਚਾਰੀ ਹੈ। ਉਸ ਤੋਂ ਬਾਅਦ ਸਿੱਖਾਂ ਦੇ ਪੁੱਛਣ ਤੋਂ ਜਦੋਂ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਤਾਂ ਸਿੱਖਾਂ ਨੇ ਪੁੱਛਿਆ ਕਿ ਸੱਚੇ ਪਾਤਸ਼ਾਹ ਜੀ, ਜੋ ਅੰਮ੍ਰਿਤ ਦੇ ਬਾਟਾ ਤਿਆਰ ਕਰਨ ਲੱਗੇ ਤੁਸੀਂ ਦੂਜੀ ਬਾਣੀ ਪੜ੍ਹੀ ਹੈ ਜਾਪ ਸਾਹਿਬ, ਇਹ ਆਪ ਜੀ ਨੇ ਕਿੱਥੇ ਉਚਾਰਨ ਕੀਤੀ ਹੈ? ਤਾਂ ਸਤਿਗੁਰਾਂ ਨੇ ਕਿਹਾ ਕਿ ਜਦੋਂ ਅਸੀਂ ਹੇਮਕੁੰਟ ਸਾਹਿਬ ਦੀ ਧਰਤੀ 'ਤੇ ਤਪ ਕਰਦੇ ਸੀ, ਉਦੋਂ ਫਿਰ ਅਕਾਲ ਪੁਰਖ ਨੇ ਸਾਨੂੰ ਸੱਦਿਆ ਅਤੇ ਸੱਚਖੰਡ ਵਿਖੇ ਅਕਾਲ ਪੁਰਖ ਦੇ ਸਨਮੁਖ ਹੋ ਕੇ ਇਹ ਬਾਣੀ ਉਚਾਰੀ ਹੈ। ਦੂਜੀ ਉਥਾਨਕਾ ਇਹ ਵੀ ਸੰਪਰਦਾਇ ਲਾਇਆ ਕਰਦੇ ਨੇ ਕਿ ਜਦੋਂ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਦੀਵਾਨ ਸਜਾਇਆ, ਉਸ ਤੋਂ ਬਾਅਦ ਸਿੱਖਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ, ਸਾਡੀ ਜੀਵਾਂ ਦੀ ਕਲਿਆਣ ਕਿਵੇਂ ਹੋਵੇ? ਜੋ ਜਨਮ ਮਰਨ ਦਾ ਇਹ ਪ੍ਰਵਾਹ ਕਾਲ ਦਾ ਜੋ ਚੱਕਰ ਚੱਲ ਰਿਹਾ ਹੈ, ਇਸ ਤੋਂ ਛੁਟਕਾਰਾ ਕਿਵੇਂ ਹੋਵੇ? ਇਸ ਤੋਂ ਬਚਿਆ ਕਿਵੇਂ ਜਾਵੇ? ਤਾਂ ਸਤਿਗੁਰਾਂ ਨੇ ਇਹ ਬਾਣੀ ਉਚਾਰ ਕੇ ਕਿਹਾ ਸੀ, ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ। ਉਦੋਂ ਕਿਹਾ ਸੀ ਜੋ ਇਹ ਜਾਪ ਸਾਹਿਬ ਦੀ ਬਾਣੀ ਹੈ, ਜਾਪ ਦਾ ਅਰਥ ਹੁੰਦਾ ਹੈ ਇੱਕ ਰਸ ਨਿਰੰਤਰ ਲਗਾਤਾਰ ਜਪਣਾ। ਮਹਾਰਾਜ ਕਹਿੰਦੇ ਜਿਹੜਾ ਜਾਪ ਸਾਹਿਬ ਦੀ ਬਾਣੀ ਨੂੰ, ਜੋ ਜਾਪ ਸਾਹਿਬ ਦਾ ਮੰਤਰ ਹੈ, ਇਸ ਨੂੰ ਜਪੇਗਾ, ਇਸ ਦੇ ਅਰਥਾਂ ਦੀ ਵਿਚਾਰ ਕਰੇਗਾ ਅਤੇ ਵਿਚਾਰ ਕਰਕੇ ਮਨ ਵਿੱਚ ਧਾਰਨ ਕਰੇਗਾ, ਉਹ ਫਿਰ ਜਿਉਂਦਾ ਜੀ ਜੀਵਨ ਮੁਕਤ ਹੋ ਕੇ ਵਿਚਰੇਗਾ। ਜਦੋਂ ਉਹ ਪ੍ਰਾਣ ਤਿਆਗੇਗਾ, ਉਦੋਂ ਅਕਾਲ ਪੁਰਖ ਦੇ ਸਰੂਪ ਵਿੱਚ ਅਭੇਦ ਹੋ ਜਾਵੇਗਾ। ਇਹ ਕਲਗੀਧਰ ਪਿਤਾ ਜੀ ਦੇ ਬਚਨ ਨੇ। ਜਿਹੜਾ ਜਾਪ ਸਾਹਿਬ ਦੀ ਬਾਣੀ ਨੂੰ ਅਰਥਾਂ ਸਮੇਤ ਪੜ੍ਹੇਗਾ, ਅਰਥ ਹਿਰਦੇ ਵਿੱਚ ਧਾਰਨ ਕਰੇਗਾ, ਨਿਸ਼ਚਾ ਰੱਖੇਗਾ, ਅਕਾਲ ਪੁਰਖ ਨੂੰ ਸਨਮੁਖ ਹੋ ਕੇ ਪ੍ਰਤੱਖ ਜਾਣ ਕੇ ਪੜ੍ਹੇਗਾ, ਉਸ ਦੀ ਜਨਮ ਮਰਨ ਦੀ ਨਿਵਰਤੀ ਹੋ ਜਾਵੇਗੀ। ਇਹ ਸਤਿਗੁਰਾਂ ਦੇ ਬਚਨ ਨੇ। ਮਹਾਰਾਜ ਦਾ 52 ਹੁਕਮਾਂ ਵਿੱਚ ਇਹ ਵੀ ਬਚਨ ਹੈ ਕਿ ਗੁਰਬਾਣੀ ਕੰਠ ਕਰਨੀ। ਜਿਵੇਂ ਵੀ ਹੋ ਸਕੇ ਘੱਟੋ ਘੱਟ 7 ਬਾਣੀਆਂ ਕੰਠ ਕਰਨੀਆਂ ਲਾਜ਼ਮੀ ਨੇ। ਜਿਵੇਂ ਸਿਆਣੇ ਕਹਿੰਦੇ ਹੁੰਦੇ ਨੇ ਕਿ ਬਾਣੀ ਕੰਠ ਪੈਸਾ ਗੰਠ। ਪੈਸਾ ਪੱਲੇ ਨਾਲ ਬੰਨ੍ਹਿਆ ਹੋਵੇ ਜਦੋਂ ਮਰਜ਼ੀ ਖਰਚ ਲਓ, ਅਤੇ ਬਾਣੀ ਸਿੱਖ ਦੇ ਕੰਠ ਹੋਵੇ, ਅਤੇ ਭਾਵੇਂ ਕਿਸੇ ਸਫ਼ਰ ਵਿੱਚ ਹੋਵੇ, ਭਾਵੇਂ ਲਾਈਟ ਗਈ ਵੀ ਹੋਵੇ, ਬਿਜਲੀ ਨਾ ਹੋਵੇ, ਕੋਲ ਪੋਥੀ ਸਾਹਿਬ ਨਾ ਹੋਵੇ, ਤਾਂ ਸਿੱਖ ਦੇ ਬਾਣੀ ਜੇ ਕੰਠ ਹੈ ਨਾ, ਤਾਂ ਸਿੱਖ ਗੁਰਬਾਣੀ ਪੜ੍ਹ ਸਕਦਾ ਹੈ। ਫਿਰ ਉਸ ਨੂੰ ਕਿਸੇ ਦੇ ਪਰਨੇ ਜਾਂ ਆਸਰੇ ਨਹੀਂ ਰਹਿਣਾ ਪੈਂਦਾ, ਜਾਂ ਕਿਤੇ ਬਾਹਰ ਜਾ ਕੇ ਕਿ ਮੈਨੂੰ ਗੁਟਕਾ ਸਾਹਿਬ ਦਿਓ ਜੀ, ਮੈਂ ਬਾਣੀ ਪੜ੍ਹਨੀ ਹੈ। ਜੇ ਸਿੱਖ ਦੇ ਗੁਰਬਾਣੀ ਕੰਠ ਹੈ ਤਾਂ ਜਦੋਂ ਮਰਜ਼ੀ ਸਿੱਖ ਤੁਰਿਆ ਫਿਰਦਾ, ਉੱਠਦਾ ਬਹਿੰਦਾ ਬਾਣੀ ਪੜ੍ਹ ਸਕਦਾ ਹੈ। ਸੱਚਖੰਡ ਵਿੱਚ ਭਾਈ ਮੰਝ ਜੀ ਦੀ ਸੱਚਖੰਡ ਦੇ ਦਰਵਾਜ਼ੇ 'ਤੇ ਪਹਿਰੇਦਾਰੀ ਦੀ ਡਿਊਟੀ ਲੱਗੀ ਹੈ। ਉੱਥੇ ਜੋ ਜਪਜੀ ਸਾਹਿਬ ਕੰਠ ਹੈ ਜਿਹਦੇ, ਉਹਨੂੰ ਅੰਦਰ ਜਾਣ ਦਿੱਤਾ ਜਾਂਦਾ ਹੈ। ਸੱਚਖੰਡ ਦੇ
ਘੱਟੋ ਘੱਟ ਜਪਜੀ ਸਾਹਿਬ ਵੀ ਕੰਠ ਕਰਨਾ ਲਾਜ਼ਮੀ ਹੈ। ਤੇ ਮਹਾਰਾਜ ਨੇ ਕਿਹਾ ਜਿੰਨੀ ਸਿੱਖ ਦੇ ਵੱਧ ਬਾਣੀ ਕੰਠ ਹੋਵੇ ਉਨਾ ਚੰਗਾ ਹੈ। ਸੋ ਕੱਲ੍ਹ ਆਪਾਂ ਨੇ ਸਤਿਗੁਰਾਂ ਤੋਂ ਸਰਵਣ ਕਰਨਾ ਕੀਤਾ ਸੀ। ਸਤਿਗੁਰਾਂ ਨੇ ਸੋਝੀ ਪਾਈ ਜੋ ਜਾਪ ਸਾਹਿਬ ਦੀ ਪਹਿਲੀ ਪੌੜੀ ਜਿਸ ਵਿੱਚ ਨਿਰਗੁਣ ਦਾ ਸਰੂਪ ਦੱਸਿਆ ਹੈ, ਉਹ ਆਪਾਂ ਨੇ ਸਰਵਣ ਕਰਨਾ ਕੀਤਾ ਕਿ ਜੋ ਨਿਰਗੁਣ ਸਰੂਪ ਹੈ, ਅਕਾਲ ਪੁਰਖ ਹੈ, ਉਸ ਦਾ ਕੋਈ ਰੂਪ ਰੰਗ ਜਾਂ ਚੱਕਰ ਜਾਂ ਕੋਈ ਚਿੰਨ੍ਹ ਨਹੀਂ ਹੈ। ਉਹ ਕਿਸੇ ਜਾਤਾਂ ਪਾਤਾਂ ਵਿੱਚ ਵੀ ਨਹੀਂ ਆਉਂਦਾ। ਉਹਨੇ ਨਾ ਜਟਾਂ ਰੱਖੀਆਂ ਨੇ, ਨਾ ਕੋਈ ਕੰਠੀ ਪਾਈ ਹੈ, ਨਾ ਕੋਈ ਭੇਖ ਬਣਾਇਆ ਹੈ। ਉਸ ਦਾ ਕੋਈ ਰੰਗ ਰੂਪ ਵੀ ਨਹੀਂ ਹੈ। ਉਸ ਦਾ ਜੋ ਬਲ ਹੈ ਉਹ ਗਿਣਤੀ ਮਿਣਤੀ ਤੋਂ ਰਹਿਤ ਹੈ। ਉਹ ਸੁਤੇ ਸਿੱਧ ਪ੍ਰਕਾਸ਼ ਹੈ, ਬਲਕਿ ਖਟ ਜੋਤੀਆਂ ਨੂੰ ਪ੍ਰਕਾਸ਼ਕ ਕਰਨ ਵਾਲਾ ਹੈ। ਖਟ ਜੋਤੀਆਂ ਦਾ ਪ੍ਰਕਾਸ਼ਕ ਹੈ। ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹੈ, ਅਕਾਲ ਪੁਰਖ। ਐਸੇ ਪਾਤਸ਼ਾਹ ਨੂੰ ਜਿਸ ਦਾ ਕੋਈ ਅੰਤ ਨਹੀਂ ਹੈ, ਜਿਸ ਦਾ ਕੋਈ ਅੰਤ ਪਾ ਨਹੀਂ ਸਕਦਾ, ਉਸ ਨੂੰ ਨਮਸਕਾਰ ਹੈ। ਕਿਉਂਕਿ ਜਿਹਦੇ ਅੱਗੇ ਆਪਣੀ ਵੱਸ ਨਾ ਚੱਲੇ ਉੱਥੇ ਝੁਕਣ ਵਿੱਚ ਹੀ ਫਾਇਦਾ ਹੈ। ਜਿਵੇਂ ਗੁਰਬਾਣੀ ਵੀ ਕਹਿੰਦੀ ਹੈ, ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ। ਇੱਦਾਂ ਨਹੀਂ ਕਿ ਵੈਰੀਆਂ ਅੱਗੇ ਜਾਂ ਅਧਰਮੀਆਂ ਅੱਗੇ ਜਾਂ ਜ਼ੁਲਮ ਅੱਗੇ ਝੁਕ ਜਾਣਾ, ਉੱਥੇ ਫਿਰ ਜ਼ੁਲਮ ਸਹਿਣਾ ਵੀ ਪਾਪ ਹੈ। ਝੁਕਣਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਕਿ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਬਾਣੀ ਦਾ ਅਸੀਂ ਅੰਤ ਨਹੀਂ ਪਾ ਸਕਦੇ, ਆਪ ਜੀ ਦੀ ਕੁਦਰਤ ਦਾ ਅਸੀਂ ਅੰਤ ਨਹੀਂ ਪਾ ਸਕਦੇ। ਫਿਰ ਸੱਚੇ ਪਾਤਸ਼ਾਹ ਜੀਆਂ ਨੇ ਅੱਗੇ ਦੱਸਿਆ ਸੀ ਕਿ ਤੁਆ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ। ਮੈਂ ਆਪ ਜੀ ਦੇ ਸਾਰੇ ਨਾਮ ਕਿਵੇਂ ਵਰਣਨ ਕਰਾਂ, ਪਰ ਜੋ ਆਪ ਜੀ ਦੇ ਕਿਰਤਮ ਨਾਮ ਨੇ, ਜੋ ਕਰਮਾਂ ਕਰਕੇ ਨਾਮ ਪਏ ਨੇ, ਉਹ ਆਪ ਜੀ ਜੋ ਸ੍ਰੇਸ਼ਟ ਮਤੀ ਆਪ ਜੀ ਨੇ ਬਖਸ਼ੀ ਹੈ, ਉਸ ਦੇ ਦੁਆਰਾ ਮੈਂ ਕਥਨ ਕਰਨ ਲੱਗਿਆ ਹਾਂ। ਹੁਣ ਅੱਗੇ ਜਿਵੇਂ ਜਿਵੇਂ ਸਤਿਗੁਰਾਂ ਨੇ ਅਕਾਲ ਪੁਰਖ ਦੇ ਨਾਮ ਵੱਖਰੇ ਵੱਖਰੇ ਨਾਮ ਜੋ ਕਰਮਾਂ ਕਰਕੇ ਪਏ ਨੇ, ਉਹ ਅੱਗੇ ਉਚਾਰਨ ਕਰਨਾ ਕਰਦੇ ਨੇ। ਵਾਹਿਗੁਰੂ ਸਾਹਿਬ ਜੀਓ ਭੁਜੰਗ ਪ੍ਰਿਆਤ ਛੰਦ। ਇਹ ਛੰਦ ਦਾ ਨਾਮ ਹੈ ਭੁਜੰਗ ਪ੍ਰਿਆਤ ਛੰਦ। ਜਿਵੇਂ ਜਿਸ ਨੇ ਪਿੰਗਲ ਪੜ੍ਹਿਆ ਹੋਵੇ ਨਾ, ਇਹ ਕਵਿਤਾ ਦੇ ਛੰਦ ਹੁੰਦੇ ਨੇ। ਇਹ ਜੋ ਕਵੀ ਲੋਕ ਹੁੰਦੇ ਨੇ, ਇਹ ਛੰਦਾਬੱਧੀ ਕਵਿਤਾ ਜਾਂ ਲਿਖਦੇ ਨੇ, ਜਾਂ ਮਾਤ੍ਰਿਕ ਜਾਂ ਗਣਕ ਛੰਦ ਜਾਂ ਮਿਸ਼ਰਤ ਛੰਦ। ਇਹ 4 ਪ੍ਰਕਾਰ ਦੇ ਛੰਦ ਹੁੰਦੇ ਨੇ ਅਤੇ ਇਹ ਹੈਗਾ ਭੁਜੰਗ ਪ੍ਰਿਆਤ ਛੰਦ। ਜਦੋਂ ਸ਼ੇਸ਼ਨਾਗ ਦੀ ਗਰੜ ਨਾਲ ਵਿਚਾਰ ਹੋਈ, ਗਰੜ ਨੇ ਸ਼ੇਸ਼ਨਾਗ ਨੂੰ ਕਿਹਾ ਕਿ ਮੈਂ ਤੈਨੂੰ ਖਾ ਜਾਣਾ ਹੈ, ਮੈਂ ਤੈਨੂੰ ਮਾਰ ਦੇਣਾ ਹੈ। ਤਾਂ ਸ਼ੇਸ਼ਨਾਗ ਨੇ ਕਿਹਾ ਕਿ ਮੇਰੇ ਕੋਲ ਇੱਕ ਐਸੀ ਵਿੱਦਿਆ ਹੈ, ਜੇ ਮੈਂ ਮਰ ਗਿਆ ਮੇਰੇ ਨਾਲ ਹੀ ਉਹ ਵਿੱਦਿਆ ਖਤਮ ਹੋ ਜਾਣੀ ਹੈ। ਉਹ ਵਿੱਦਿਆ ਹੈ ਛੰਦਾਂ ਦੀ। ਉਹ ਵਿੱਦਿਆ ਮੇਰੇ ਨਾਲ ਹੀ ਖਤਮ ਹੋ ਜਾਣੀ ਹੈ। ਇਸ ਤੋਂ ਚੰਗਾ ਕਿ ਤੂੰ ਉਹ ਮੇਰੇ ਪਾਸੋਂ ਵਿੱਦਿਆ ਸਿੱਖ ਲੈ ਅਤੇ ਆਪ ਤੂੰ ਪੰਡਤ ਬਣ ਜਾਏ। ਹੁਣ ਗਰੜ ਨੇ ਕਿਹਾ ਕਿ ਜੇ ਮੈਂ ਤੇਰੇ ਕੋਲੋਂ ਵਿੱਦਿਆ ਚਲੋ ਸਿੱਖ ਵੀ ਲਈ, ਪਰ ਜੇ ਤੂੰ ਚਲਾ ਗਿਆ, ਭੱਜ ਗਿਆ, ਫੇਰ ਕਦਾ ਜੇ ਮੈਂ ਕਿਤੇ ਗਿਆ ਵੀ ਤਾਂ ਮੈਂ ਤੈਨੂੰ ਦੱਸ ਕੇ ਜਾਵਾਂਗਾ, ਇੱਦਾਂ ਨਹੀਂ ਜਾਂਦਾ। ਗਰੜ ਨੂੰ ਸਾਰੀ ਵਿੱਦਿਆ ਸ਼ੇਸ਼ਨਾਗ ਨੇ ਦਿੱਤੀ ਅਤੇ ਉਸ ਤੋਂ ਬਾਅਦ ਜਦੋਂ ਅਖੀਰਲਾ ਛੰਦ ਜਦੋਂ ਆਇਆ ਭੁਜੰਗ ਪ੍ਰਿਆਤ ਛੰਦ, ਤਾਂ ਸ਼ੇਸ਼ਨਾਗ ਭੱਜ ਕੇ ਪਾਣੀ ਵਿੱਚ ਚਲਾ ਗਿਆ।
ਗਰੜ ਕਹਿੰਦਾ ਤੈਂ ਮੇਰਾ ਬਚਨ ਜੋ ਕੀਤਾ ਸੀ ਮੇਰੇ ਨਾਲ ਤੈਂ ਤੋੜਿਆ ਹੈ ਉਹ। ਸ਼ੇਸ਼ਨਾਗ ਕਹਿੰਦਾ ਮੈਂ ਤੇਰਾ ਬਚਨ ਨਹੀਂ ਤੋੜਿਆ। ਮੈਂ ਤੈਨੂੰ ਕਿਹਾ ਸੀ ਨਾ ਜਦੋਂ ਮੈਂ ਜਾਵਾਂਗਾ ਤੈਨੂੰ ਦੱਸ ਕੇ ਜਾਵਾਂਗਾ। ਕਦੇ ਤੈਂ ਤਾਂ ਮੈਨੂੰ ਦੱਸਿਆ ਨਹੀਂ ਕਿ ਮੈਂ ਜਾਣ ਲੱਗਿਆ ਹਾਂ, ਕਦੇ ਤੈਨੂੰ ਦੱਸ ਕੇ ਤਾਂ ਆਇਆ ਹਾਂ। ਕਦੇ ਮੈਂ ਤੈਨੂੰ ਕਿਹਾ ਭੁਜੰਗ ਪ੍ਰਿਆਤ ਛੰਦ। ਭੁਜੰਗ ਕਹਿੰਦੇ ਨੇ ਸੱਪ ਨੂੰ, ਪ੍ਰਿਆਤ ਕਹਿੰਦੇ ਨੇ ਚਲੇ ਜਾਣਾ। ਕਦੇ ਵੀ ਮੈਂ ਚੱਲਿਆ ਹਾਂ, ਭੁਜੰਗ ਕਹਿੰਦੇ ਨੇ ਸੱਪ ਨੂੰ, ਪ੍ਰਿਆਤ ਹੁੰਦਾ ਹੈ ਚਲੇ ਜਾਣਾ, ਕਿ ਮੈਂ ਚੱਲਿਆ ਹਾਂ, ਮੈਂ ਤੈਨੂੰ ਦੱਸ ਕੇ ਚੱਲਿਆ ਹਾਂ। ਇਹ ਜੋ ਭੁਜੰਗ ਪ੍ਰਿਆਤ ਛੰਦ ਹੈ, ਇਹ ਜਿਵੇਂ ਸੱਪ ਦੀ ਚਾਲ ਹੁੰਦੀ ਹੈ ਨਾ, ਕਈ ਤਾਂ ਇਸ ਤਰ੍ਹਾਂ ਵੀ ਇਸ ਨੂੰ ਪੜ੍ਹਦੇ ਨੇ, ਨਮਸਤੁਵੰ ਅਕਾਲੇ ਨਮਸਤੁਵੰ ਕਿਰਪਾਲੇ। ਇਹ ਚਾਲ ਹੈ, ਛੰਦ ਦੀ ਚਾਲ ਹੈ। ਕਵੀ ਭੁਜੰਗ ਵਿੱਚ ਭੁਜੰਗ ਪ੍ਰਿਆਤ ਛੰਦ ਇਹ ਦੋ ਤਰ੍ਹਾਂ ਦੇ ਹੁੰਦੇ ਨੇ। ਇੱਕ ਭੁਜੰਗ ਪ੍ਰਿਆਤ ਛੰਦ ਪੂਰਾ, ਇੱਕ ਅਰਧ ਹੁੰਦਾ ਹੈ, ਅਰਧ ਭੁਜੰਗ ਪ੍ਰਿਆਤ ਛੰਦ। ਭੁਜੰਗ ਪ੍ਰਿਆਤ ਛੰਦ ਵਿੱਚ 4 ਯਗਨ ਗਣ ਇਹ ਵਰਤੇ ਜਾਂਦੇ ਨੇ। ਇਹ ਸਤਿਗੁਰੂ ਜੀ ਦੇਖ ਲਓ ਕਿੱਡੇ ਕਵੀਆਂ ਦੇ ਮਹਾਨ ਕਵੀ, ਯੋਧਿਆਂ ਦੇ ਮਹਾਯੋਧੇ, ਕਿੱਥੋਂ ਤੱਕ ਆਪਾਂ ਸਤਿਗੁਰਾਂ ਦਾ ਅੰਤ ਪਾ ਸਕਦੇ ਹਾਂ। ਆਪਾਂ ਤਾਂ ਇਹੀ ਕਹਿ ਸਕਦੇ ਹਾਂ ਕਿ ਸਤਿਗੁਰੂ ਜੀ ਆਪ ਪੂਰੇ ਹੋ। ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਆਪਾਂ ਤਾਂ ਇਹੀ ਕਹਿ ਸਕਦੇ ਹਾਂ। ਹੁਣ ਭੁਜੰਗ ਪ੍ਰਿਆਤ ਛੰਦ ਵਿੱਚ ਅੱਗੇ ਪਰਮੇਸ਼ਰ ਦੇ ਨਾਮ ਵਰਣਨ ਕਰਦੇ ਨੇ। ਨਮਸਤੁੰ ਅਕਾਲੇ। ਹੁਣ ਜੋ ਨਮਸਤੁਵੰ ਅਕਾਲੇ, ਇਹ ਪਹਿਲੀ ਪੌੜੀ ਵਿੱਚ, ਪਹਿਲੇ ਛੰਦ ਵਿੱਚ, ਪਹਿਲੀ 2 ਤੁਕਾਂ ਵਿੱਚ ਵਾਵੇ ਨਾਲ ਆਇਆ ਹੈ ਨਮਸਤੁਵੰ। ਤੱਤੇ ਦੇ ਪੈਰ ਵਿੱਚ ਅੱਧਾ ਵਾਵਾ ਆਇਆ ਹੈ। ਅਤੇ ਅੱਗੇ ਜਾ ਕੇ ਭੁਜੰਗ ਪ੍ਰਿਆਤ ਛੰਦ ਇੱਕ ਹੋਰ ਆਉਂਦਾ ਹੈ ਨਮਸਤੁਵੰ ਨਿਰਨਾਥੇ। ਉੱਥੇ 6 ਵਾਰ ਤੱਤੇ ਦੇ ਪੈਰ ਵਿੱਚ ਵਾਵਾ ਆਇਆ ਹੈ। ਕੁੱਲ 8 ਵਾਰ ਇਹ ਪਾਠ ਆਉਂਦਾ ਹੈ ਜਾਪ ਸਾਹਿਬ ਵਿੱਚ। ਇਸ ਦਾ ਜੋ ਉਚਾਰਨ ਕਰਨਾ ਹੈ, ਨੰਨਾ ਮੰਮਾ ਸੱਸਾ, ਤੱਤੇ ਨੂੰ ਔਂਕੜ ਅਤੇ ਐੜੇ 'ਤੇ ਟਿੱਪੀ। ਇਹਨੂੰ ਨਮਸਤੁਵੰਗ ਨਹੀਂ ਕਹਿ ਦੇਣਾ ਕਿ ਵਾਵੇ 'ਤੇ ਟਿੱਪੀ ਲਾ ਕੇ ਅੱਗੇ ਗੱਗਾ ਲਾ ਤਾ, ਨਮਸਤੁਵੰਗ ਕਈ ਕਹਿ ਦਿੰਦੇ ਨੇ। ਇਸ ਦਾ ਉਚਾਰਨ ਹੈ ਨੰਨਾ ਮੰਮਾ ਸੱਸਾ, ਤੱਤੇ ਨੂੰ ਔਂਕੜ ਅਤੇ ਐੜੇ 'ਤੇ ਟਿੱਪੀ, ਨਮਸਤੁਵੰ। ਮਹਾਰਾਜ ਕਹਿੰਦੇ ਮੇਰੀ ਨਮਸਕਾਰ ਹੈ ਕਿਹਨੂੰ? ਅਕਾਲੇ। ਜੋ ਅਕਾਲ ਪੁਰਖ ਹੈ ਉਸ ਨੂੰ ਮੇਰੀ ਨਮਸਕਾਰ ਹੈ। ਵਾਹੇ ਸਿੱਖਾ ਜੋ ਤੇਰਾ ਅਕਾਲ ਸਰੂਪ ਹੈ, ਇਸ ਨੂੰ ਮੇਰੀ ਨਮਸਕਾਰ ਹੈ। ਹੇ ਪਰਮਾਤਮਾ ਜੋ ਕਾਲ ਤੋਂ ਰਹਿਤ ਹੈ, ਜੋ ਸਾਰਿਆਂ ਕਾਲਾਂ ਵਿੱਚ, ਸਾਰਿਆਂ ਸਮਿਆਂ ਵਿੱਚ ਆਇਆ ਹੈ, ਤੇਰੇ ਤਾਈ ਨਮਸਕਾਰ ਹੈ। ਜੋ ਕਾਲ ਦਾ ਵੀ ਕਾਲ ਕਰਨ ਵਾਲਾ ਪਰਮਾਤਮਾ ਹੈ, ਤੇਰੇ ਤਾਈ ਨਮਸਕਾਰ ਹੈ। ਹੁਣ ਕੱਲੇ ਕੱਲੇ ਅੱਖਰ ਦਾ ਅਰਥ ਸਤਿਗੁਰੂ ਜੀ ਦੱਸਦੇ ਨੇ। ਐੜੇ ਅੱਖਰ ਦਾ ਅਰਥ ਹੈ ਵਿਸ਼ੇਸ਼ ਕਰਕੇ, ਐੜੇ ਅੱਖਰ ਤੋਂ ਵਿਸ਼ਨੂੰ ਲਿਆ ਹੈ। ਅੱਗੇ ਹੈਗੇ ਕੱਕੇ ਨੂੰ ਕੰਨਾ ਕਾ, ਕਾ ਜੋ ਕਰਤਾ ਬ੍ਰਹਮਾ ਸ੍ਰਿਸ਼ਟੀ ਨੂੰ ਰਚਣ ਵਾਲਾ ਹੈ। ਅੱਗੇ ਲੈ ਜੋ ਲੈਤਾ ਨਾਸ਼ ਕਰਨ ਵਾਲਾ ਸ਼ਿਵ ਜੀ ਹੈ। ਇਹ ਸਾਰੇ ਕਾਲ ਦੇ ਅਧੀਨ ਨੇ। ਪਰ ਸੱਚੇ ਪਾਤਸ਼ਾਹ ਜੀਓ ਆਪ ਜੀ ਅਕਾਲੇ, ਆਪ ਜੀ ਅਕਾਲ ਸਰੂਪ ਹੋ, ਆਪ ਤਾਈ ਨਮਸਕਾਰ ਹੈ। ਨਮਸਤੰ ਕਿਰਪਾਲੇ। ਕਿਰਪਾਲੇ, ਕਿਰਪਾ ਆਲੇ। ਆਲੇ ਕਹਿੰਦੇ ਨੇ ਘਰ ਨੂੰ। ਹੇ ਕਿਰਪਾ ਦੇ ਘਰ, ਆਪ ਤਾਈ ਨਮਸਕਾਰ ਹੈ।
ਹੁਣ ਅੱਗੇ ਕਿਰਪਾ ਵਿੱਚੋਂ ਕੱਢਿਆ ਹੈ ਕ੍ਰਿਪਣਤਾ। ਕ੍ਰਿਪਣਤਾ ਕਹਿੰਦੇ ਨੇ ਕੰਜੂਸੀ ਨੂੰ। ਜੋ ਮਨੁੱਖਾਂ ਦੀ ਕ੍ਰਿਪਣਤਾ ਹੈ, ਮਨਮੁੱਖਾਂ ਦੀ ਕ੍ਰਿਪਣਤਾ ਹੈ, ਕੰਜੂਸੀ ਹੈ, ਉਸ ਨੂੰ ਆਪ ਜੀ ਲੈ ਤੋਂ ਭਾਵ ਨਾਸ਼ ਕਰਨ ਵਾਲੇ ਹੋ, ਲੈਤਾ ਕਰਨ ਵਾਲੇ ਹੋ। ਅੱਗੇ ਕੱਲੇ ਕੱਲੇ ਅੱਖਰ ਦਾ ਅਰਥ ਕਰਦੇ ਨੇ ਕ੍ਰੇ। ਜੋ ਕਰਤਾ ਸ੍ਰਿਸ਼ਟੀ ਦਾ ਬ੍ਰਹਮਾ ਹੈ, ਜੋ ਸ੍ਰਿਸ਼ਟੀ ਨੂੰ ਰਚਦਾ ਹੈ। ਅੱਗੇ ਪਾ ਜੋ ਪਾਲਣਾ ਕਰਨ ਵਾਲਾ ਵਿਸ਼ਨੂੰ ਹੈ। ਅੱਗੇ ਲੈ ਜੋ ਲੈਤਾ ਕਰਨ ਵਾਲਾ, ਨਾਸ਼ ਕਰਨ ਵਾਲਾ ਜੋ ਸ਼ਿਵ ਜੀ ਹੈ। ਇਸ ਨੂੰ ਰਚਣ ਵਾਲੇ ਵੀ ਆਪ ਜੀ ਹੋ। ਇਹਨਾਂ ਦੀ ਉਤਪਤੀ, ਲੈਤਾ, ਪਾਲਣਾ ਕਰਨ ਵਾਲੇ ਹੇ ਅਕਾਲ ਪੁਰਖ ਆਪ ਜੀ ਹੋ। ਆਪ ਤਾਈ ਨਮਸਕਾਰ ਹੈ। ਵਸਤੰ ਅਰੂਪੇ। ਅਰੂਪੇ ਜੋ ਰੂਪ ਤੋਂ ਰਹਿਤ ਹੈ। ਆ ਜੋ ਸਭ ਰੂਪਾਂ ਵਿੱਚ ਆਇਆ ਹੋਇਆ ਹੈ। ਜਿਵੇਂ ਕੱਲ੍ਹ ਆਪਾਂ ਨੇ ਰੂਪ ਦਾ ਅਰਥ ਸਰਵਣ ਕਰਨਾ ਕੀਤਾ ਸੀ। ਜੋ ਚਾਰੇ ਖਾਣੀਆਂ ਵਿੱਚ ਨਹੀਂ ਆਉਂਦਾ, ਜੋ ਆਕਾਰ ਤੋਂ ਰਹਿਤ ਹੈ। ਹੁਣ ਚਾਰ ਖਾਣੀਆਂ ਕਿਹੜੀਆਂ ਨੇ? ਜਿਵੇਂ ਆਪਾਂ ਚੌਪਈ ਸਾਹਿਬ ਵਿੱਚ ਵੀ ਸਰਵਣ ਕਰਨਾ ਕਰਦੇ ਹਾਂ। ਅੰਡਜ, ਜੇਰਜ, ਸੇਤਜ, ਉਤਭੁਜ। ਅੰਡਜ ਜੋ ਅੰਡਿਆਂ ਤੋਂ ਪੈਦਾ ਹੋਣ ਵਾਲੇ, ਜੇਰਜ ਜੋ ਜੇਰ ਤੋਂ ਪੈਦਾ ਹੁੰਦੇ, ਜਿਵੇਂ ਪਸ਼ੂ ਆਦਿਕ। ਉਸ ਤੋਂ ਬਾਅਦ ਅੰਡਜ, ਜੇਰਜ, ਸੇਤਜ। ਸੇਤਜ ਜੋ ਪਸੀਨੇ ਤੋਂ ਪੈਦਾ ਹੁੰਦੇ ਨੇ। ਉਤਭੁਜ ਜੋ ਧਰਤੀ 'ਚੋਂ ਪੈਦਾ ਹੁੰਦੇ ਨੇ। ਹੇ ਸੱਚੇ ਪਾਤਸ਼ਾਹ ਅਕਾਲ ਪੁਰਖ, ਨਾ ਤੂੰ ਅੰਡਿਆਂ ਤੋਂ ਪੈਦਾ ਹੋਇਆ ਹੈ, ਨਾ ਤੂੰ ਪਸੀਨੇ ਤੋਂ ਪੈਦਾ ਹੋਇਆ, ਨਾ ਤੂੰ ਧਰਤੀ ਤੋਂ ਪੈਦਾ ਹੋਇਆ, ਨਾ ਤੂੰ ਜੇਰ ਰਾਹੀਂ ਪੈਦਾ ਹੋਇਆ। ਭਾਵ ਕਿ ਨਾ ਤੇਰਾ ਮਨੁੱਖਾਂ ਦਾ ਆਕਾਰ ਹੈ, ਨਾ ਸ਼ੇਰ ਆਦਿਕ ਵਰਗਾ ਤੇਰਾ ਆਕਾਰ ਹੈ, ਨਾ ਪਸ਼ੂਆਂ ਵਰਗਾ ਤੇਰਾ ਆਕਾਰ ਹੈ। ਤੂੰ ਇਹਨਾਂ ਰੂਪਾਂ ਤੋਂ, ਇਹਨਾਂ ਆਕਾਰਾਂ ਤੋਂ ਭਾਵ ਕਿ ਰਹਿਤ ਹੈ। ਦੂਜਾ ਅਰਥ ਕਰਦੇ ਨੇ ਅਰੂਪੇ। ਅਰ ਊਪੇ। ਅਰ ਕਹਿੰਦੇ ਨੇ ਵੈਰੀ ਨੂੰ, ਊਪੇ ਕਹਿੰਦੇ ਨੇ ਉਪਮਾ। ਜਿਹੜੇ ਵੈਰੀ ਨੇ ਉਹ ਵੀ ਤੇਰੀ ਉਪਮਾ ਕਰਦੇ ਨੇ, ਉਹ ਵੀ ਤੇਰੀ ਉਪਮਾ ਕਰਦੇ ਨੇ। ਅਰੂਪੇ, ਅਰ ਊਪੇ। ਵੈਰੀ ਵੀ ਤੇਰੀ ਉਪਮਾ ਕਰਦੇ ਨੇ। ਹੇ ਐਸੇ ਅਕਾਲ ਪੁਰਖ ਵਾਹਿਗੁਰੂ, ਤੇਰੇ ਤਾਈ ਨਮਸਕਾਰ ਹੈ। ਵਸਤੰ ਅਨੂਪੇ। ਅਨੂਪੇ, ਅਨਊਪੇ। ਅਨ ਕਹਿੰਦੇ ਨੇ ਰਹਿਤ ਨੂੰ, ਊਪੇ ਕਹਿੰਦੇ ਨੇ ਉਪਮਾ ਨੂੰ। ਹੇ ਪਰਮਾਤਮਾ, ਤੂੰ ਅਨੂਪੇ ਹੈ, ਤੂੰ ਉਪਮਾ ਤੋਂ ਰਹਿਤ ਹੈ। ਤੇਰੀ ਉਪਮਾ ਕਹੀ ਨਹੀਂ ਜਾ ਸਕਦੀ। ਆਨ ਨਿਰੰਤਰ ਊਪੇ ਜੋ ਬ੍ਰਹਮਾ ਆਦਿ ਨੂੰ ਵੀ ਪੈਦਾ ਕਰਨ ਵਾਲਾ ਹੈ। ਹੇ ਪਰਮਾਤਮਾ, ਤੇਰੇ ਤਾਈ ਨਮਸਕਾਰ ਹੈ। ਤੈਨੂੰ ਬਾਰ ਬਾਰ ਮੇਰੀ ਨਮਸਕਾਰ ਹੈ। ਵਸਤੰ ਅਭੇਖੇ। ਕਿਸੇ ਭੇਖ ਵਿੱਚ ਆਪ ਜੀ ਆਉਂਦੇ ਨਹੀਂ। ਹੁਣ ਭੇਖੇ, ਇਹ ਜੇ ਮੁੜ ਐੜਾ ਲੱਗਦਾ ਹੈ ਨਾ, ਅਭੇਖੇ, ਇਹ ਫਿਰ ਅਰਥ ਉਲਟਾ ਹੋ ਜਾਂਦਾ ਹੈ। ਜਿਵੇਂ ਆਪਾਂ ਭੇਖ ਕਹਿ ਆ, ਭੇਖਾਂ ਵਿੱਚ ਆਉਣ ਵਾਲਾ। ਜੇ ਮੂਹਰੇ ਐੜਾ ਲੱਗ ਕੇ ਤਾਂ ਅਭੇਖੇ, ਭਾਵ ਕਿ ਭੇਖਾਂ ਤੋਂ ਰਹਿਤ। ਹੇ ਸੱਚੇ ਪਾਤਸ਼ਾਹ ਜੀ, ਆਪ ਜੀ ਭੇਖਾਂ ਤੋਂ ਰਹਿਤ ਹੋ। ਐੜਾ ਸਭ ਭੇਖਾਂ ਵਿੱਚ ਆਪ ਜੀ ਆਏ ਹੋਏ ਹੋ। ਅਤੇ ਸਭ ਭੇਖਾਂ ਵਿੱਚ ਹੁੰਦੇ ਹੋਏ ਵੀ ਆਪ ਜੀ ਜੋ ਕਮਲ ਰਹਿ ਵਿੱਚ ਪਾਣੀ ਹੈ, ਕਮਲ ਦੀ ਤਰ੍ਹਾਂ ਭੇਖਾਂ ਤੋਂ ਆਪ ਜੀ ਰਹਿਤ ਹੋ। ਵਸਤੰ ਅਲੇਖੇ। ਮਹਾਰਾਜ ਆਪ ਜੀ ਲੇਖਾਂ ਵਿੱਚ ਵੀ ਨਹੀਂ ਆਉਂਦੇ।
ਲੇਖ ਤੋਂ ਰਹਿਤ ਹੋ, ਨਮਸਤੰ ਅਲੇਖੇ। ਲੇਖੇ ਤੋਂ ਭਾਵ ਲਖਣਾ, ਭਾਵ ਕੇ ਜਾਣਨ ਵਾਲਾ। ਆਪ ਜੀ ਸਾਰਿਆਂ ਨੂੰ ਜਾਣਨ ਵਾਲੇ ਹੋ। ਸਰਬ ਜੀਆ ਸਿਰਲੇਖ ਤੁਰਾਹੂ, ਬਿਨ ਲੇਖੈ ਨਾਹੀ ਕੋਈ ਜਿਉ। ਆਪ ਅਲੇਖ ਕੁਦਰਤ ਕਰ ਦੇਖੈ, ਹੁਕਮ ਚਲਾਏ ਸੋਈ ਜਿਉ। ਮਹਾਰਾਜ ਆਪ ਜੀ ਦੇ ਸਿਰ 'ਤੇ ਕੋਈ ਲੇਖ ਨਹੀਂ ਹੈ, ਜਿਨ ਇਹ ਲਿਖੇ ਤਿਸ ਸਿਰ ਨਾਹੇ। ਆਪ ਜੀ ਲੇਖੇ ਤੋਂ ਰਹਿਤ ਹੋ, ਸਗੋਂ ਸਾਰੇ ਜੀਵਾਂ ਦਾ ਲੇਖਾ ਲਿਖਣ ਵਾਲੇ ਹੋ। ਸਾਰੇ ਜੀਵਾਂ ਦਾ ਲੇਖ ਲਿਖਣ ਵਾਲੇ ਆਪ ਸੱਚੇ ਪਾਤਸ਼ਾਹ ਜੀ ਹੋ, ਅਤੇ ਆਪ ਹੀ ਕੁਦਰਤ ਸਾਜ ਕੇ, ਆਪ ਹੀ ਕੁਦਰਤ ਬਣਾ ਕੇ ਉਸ ਨੂੰ ਦੇਖਣ ਵਾਲੇ ਹੋ। ਆਪ ਅਲੇਖ ਕੁਦਰਤ ਕਰ ਦੇਖੈ, ਹੁਕਮ ਚਲਾਏ ਸੋਈ ਜਿਉ। ਅਤੇ ਸਾਰਿਆਂ 'ਤੇ ਆਪ ਜੀ ਆਪਣਾ ਹੁਕਮ ਚਲਾਉਂਦੇ ਹੋ। ਉਸ ਤੋਂ ਬਾਅਦ ਇਹ ਵੀ ਗੱਲ ਆਉਂਦੀ ਹੈ, ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਧਰਮ ਰਾਏ ਅਬ ਕਹਾ ਕਰੈ ਗੋ, ਜੋ ਫਾਟਿਓ ਸਗਲੋ ਲੇਖਾ। ਹੇ ਸੱਚੇ ਪਾਤਸ਼ਾਹ ਜੀ, ਜਿਹਦੇ 'ਤੇ ਆਪ ਜੀ ਦੀ ਕਿਰਪਾ ਹੋ ਗਈ, ਆਪ ਜੀ ਦੀ ਜਿਹਦੇ 'ਤੇ ਬਖਸ਼ਿਸ਼ ਹੋ ਗਈ, ਫਿਰ ਉਹਨੂੰ ਵੀ ਆਪ ਲੇਖੇ ਤੋਂ ਰਹਿਤ ਕਰ ਦਿੰਦੇ ਹੋ। ਉਹਨਾਂ ਦੇ ਸਿਰ ਦੇ ਲੇਖ ਵੀ, ਫਿਰ ਮੱਥੇ ਦੇ ਲੇਖ ਵੀ ਆਪ ਜੀ ਮੇਟ ਦਿੰਦੇ ਹੋ। ਆਪ ਜੀ ਹੋਰਾਂ ਦੇ ਲੇਖੇ ਨੂੰ ਵੀ ਬਖਸ਼ਣ ਵਾਲੇ ਹੋ। ਜਿਵੇਂ ਸਲਾਰਦੀਨ ਕਾਜੀ 10ਵੇਂ ਪਾਤਸ਼ਾਹ ਜੀ ਕੋਲ ਅਨੰਦਪੁਰ ਸਾਹਿਬ ਆਇਆ ਦਰਸ਼ਨ ਕਰਨ ਵਾਸਤੇ, ਉੱਥੇ ਬੜੀਆਂ ਸੰਗਤਾਂ ਭੇਟਾਵਾਂ ਲੈ ਕੇ ਆਉਂਦੀਆਂ, ਸਤਿਗੁਰਾਂ ਨੂੰ ਮੱਥੇ ਟੇਕਦੀਆਂ। ਸਤਿਗੁਰੂ ਜੀ ਸਾਰਿਆਂ ਨੂੰ ਨਿਹਾਲ ਕਰਦੇ ਅਤੇ ਸੰਸਖਤ ਹੋ ਕੇ, ਸੰਸੇ ਸਹਿਤ ਹੋ ਕੇ ਕਾਜੀ ਸਲਾਰਦੀਨ ਨੇ ਪੁੱਛਿਆ ਕਿ ਸੱਚੇ ਪਾਤਸ਼ਾਹ, ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜੋ ਸੰਗਤਾਂ ਆਪ ਜੀ ਨੂੰ ਮੱਥਾ ਟੇਕਦੀਆਂ ਨੇ, ਜੇ ਆਪ ਜੀ ਵਰ ਦੇ ਕੇ ਇਹਨਾਂ ਦੇ ਜੋ ਲੇਖ ਨੇ ਮੇਟੀ ਜਾਂਦੇ ਹੋ, ਤਾਂ ਉਹ ਭਾਣੇ ਦੇ ਉਲਟ ਹੈ। ਪਰ ਜੇ ਇਹ ਮੱਥਾ ਟੇਕਦੀਆਂ ਨੇ, ਆਪ ਜੀ ਨੇ ਲੇਖ ਇਹਨਾਂ ਦੇ ਨਹੀਂ ਮੇਟੇ, ਤਾਂ ਮੱਥਾ ਟੇਕਣ ਦਾ ਫਾਇਦਾ ਕੀ ਹੈ? ਤਾਂ ਮਹਾਰਾਜ ਨੇ ਇੱਕ ਕੋਰਾ ਕਾਗਜ਼ 'ਤੇ ਸਿਆਹੀ ਮੰਗਾਈ, ਮੋਹਰ ਮੰਗਾਈ। ਮਹਾਰਾਜ ਨੇ ਮੋਹਰ ਨੂੰ ਸਿਆਹੀ ਲਾ ਕੇ ਜਦੋਂ ਕਾਗਜ਼ 'ਤੇ ਲਾਈ, ਪਹਿਲੇ ਕਾਜੀ ਸਲਾਰਦੀਨ ਨੂੰ ਦਿਖਾਈ ਕਿ ਮੋਹਰ ਦੇਖ, ਅੱਖਰ 'ਤੇ ਤੋਂ ਪੜ੍ਹੇ ਜਾਂਦੇ ਨੇ। ਕਹਿੰਦਾ ਵੀ ਅੱਖਰ ਤਾਂ ਪੁੱਠੇ ਨੇ, ਪੜ੍ਹੇ ਨਹੀਂ ਜਾਣਗੇ। ਜਦੋਂ ਮੋਹਰ ਸਿਆਹੀ ਨੂੰ ਲਾ ਕੇ ਕਾਗਜ਼ 'ਤੇ ਲਾਈ ਤਾਂ ਪੁੱਠੇ ਅੱਖਰ ਸਿੱਧੇ ਹੋ ਗਏ। ਕਹਿੰਦੇ ਸਲਾਰਦੀਨ ਕਾਜੀ ਸਮਝ ਗਿਆ ਮੈਂ ਕੀ ਕਹਿਣਾ ਚਾਹੁੰਦਾ ਹਾਂ। ਜਦੋਂ ਮੱਥਾ ਸਤਿਗੁਰਾਂ ਨੂੰ ਟੇਕਿਆ ਜਾਂਦਾ ਹੈ ਤਾਂ ਪੁੱਠੇ ਲੇਖ ਜਿਵੇਂ ਮੋਹਰ ਲੱਗਣ ਨਾਲ ਸਿੱਧੇ ਹੋ ਗਏ ਕਾਗਜ਼ 'ਤੇ, ਐਸੇ ਤਰ੍ਹਾਂ ਜਦੋਂ ਆਪਾਂ ਸਤਿਗੁਰਾਂ ਨੂੰ ਮੱਥਾ ਟੇਕਦੇ ਹਾਂ ਤਾਂ ਆਪਣੇ ਵੀ ਪੁੱਠੇ ਲੇਖ ਸਿੱਧੇ ਹੋ ਜਾਂਦੇ ਨੇ। ਪਰ ਜੋ ਮੱਥਾ ਟੇਕਣਾ ਹੈ ਭਾਵਨਾ ਸਹਿਤ, ਇੱਕ ਹੁੰਦੀ ਹੈ ਬੰਦਨਾ ਕਰਨੀ, ਉਹ ਹੈ ਜਿਵੇਂ ਆਪਾਂ ਨੇ ਸਿਰ ਝੁਕਾਉਣਾ, ਹੱਥ ਜੋੜ ਕੇ ਨਮਸਕਾਰ ਕਰਨੀ। ਇੱਕ ਹੁੰਦੀ ਹੈ ਡੰਡੌਤ, ਕਰ ਡੰਡੌਤ ਪੁੰਨ ਵੱਡਾ ਹੈ। ਡੰਡੌਤ 8 ਅੰਗ ਡੰਡੇ ਵੱਤ ਲੰਮੇ ਪੈ ਕੇ ਸਤਿਗੁਰਾਂ ਨੂੰ ਕਰਨੀ। ਹੇ ਸੱਚੇ ਪਾਤਸ਼ਾਹ ਜੀ, ਜਿਨ੍ਹਾਂ 'ਤੇ ਆਪ ਜੀ ਦੀ ਕਰਮ ਬਖਸ਼ੀ ਹੋਈ, ਮਿਹਰ ਹੋਈ, ਉਹਨਾਂ ਦੇ ਲੇਖ ਨੂੰ ਆਪ ਜੀ ਮੇਟ ਦਿੰਦੇ ਹੋ। ਆਪ ਜੀ ਤਾਂ ਲੇਖ ਤੋਂ ਰਹਿਤ ਹੋ, ਉਹਨਾਂ ਨੂੰ ਵੀ ਲੇਖੇ ਤੋਂ ਰਹਿਤ ਕਰ ਦਿੰਦੇ ਹੋ। ਸੱਚੇ ਪਾਤਸ਼ਾਹ ਜੀ, ਆਪ ਜੀ ਸਰੀਰਾਂ ਤੋਂ ਰਹਿਤ ਹੋ। ਨਮਸਤੰ ਅਕਾਏ, ਸਰੀਰਾਂ ਤੋਂ ਰਹਿਤ ਹੋ। ਸਾਰੇ ਸਰੀਰਾਂ ਵਿੱਚ ਆਪ ਜੀ ਆਏ ਹੋਏ ਹੋ। ਸਾਰੇ ਸਰੀਰਾਂ ਨੂੰ ਆਪ ਘੜਨ ਵਾਲੇ ਹੋ। ਆਪ ਤਾਈ ਨਮਸਕਾਰ ਹੈ। ਜੋ 25 ਪ੍ਰਕਿਰਤੀਆਂ ਦੀ ਸਥੂਲ ਦੇਹ ਹੈ, ਜੋ 27 ਤੱਤਾਂ ਦੀ ਸੂਖਮ ਦੇਹ ਹੈ, ਜੋ ਅਵਿਦਿਆ ਰੂਪੀ ਕਾਰਨ ਦੇਹ ਹੈ, ਜੋ ਈਸ਼ ਦੀ ਮਾਇਆ ਜੋ ਕਾਰਨ ਦੇਹ ਹੈ, ਜੋ 5 ਦੋਸ਼ ਨੇ
ਸ਼ਬਦ ਸਪਰਸ਼ ਰਸ ਰੂਪ ਗੰਧ ਮਹਾਰਾਜ ਆਪ ਇਹਨਾਂ ਤੋਂ ਰਹਿਤ ਹੋ। ਹੇ ਐਸੇ ਅਕਾਲ ਪੁਰਖ ਆਪ ਤਾਈ ਨਮਸਕਾਰ ਹੈ। ਨਾਰ ਨਾ ਪੁਰਖ ਨਾ ਪੰਖ ਨੂੰ ਸਾਚੋ ਚਤਰ ਸਰੂਪ। ਮਹਾਰਾਜ ਨਾ ਆਪ ਦਾ ਬੰਦਿਆਂ ਦਾ ਸਰੀਰ ਹੈ, ਨਾ ਆਪ ਦਾ ਇਸਤਰੀ ਵਾਲਾ ਸਰੀਰ ਹੈ, ਨਾ ਆਪ ਦਾ ਪਸ਼ੂ ਪੰਛੀਆਂ ਵਾਲਾ ਸਰੀਰ ਹੈ। ਆਪ ਦਾ ਸਾਚੋ ਚਤਰ ਸਰੂਪ। ਆਪ ਜੀ ਤਾਂ ਨਿਰਗੁਣ ਸਰੂਪ ਹੋ, ਸਦਾ ਸੱਚ ਦਾ ਆਨੰਦ ਹੋ। ਸੱਚੇ ਪਾਤਸ਼ਾਹ ਜੀ ਆਪ ਤਾਈ ਨਮਸਕਾਰ ਹੈ। ਵਸਤੰ ਅਜਾਏ ਜਾਏ ਨਾਨਕ ਭੰਡੈ ਬਾਹਰਾ ਏਕੋ ਸੱਚਾ ਸੋਏ। ਜਾਏ ਕਹਿੰਦੇ ਨੇ ਇਸਤਰੀ ਨੂੰ, ਜਾਏ ਕਹਿੰਦੇ ਨੇ ਮਾਇਆ ਨੂੰ। ਹੇ ਸੱਚੇ ਪਾਤਸ਼ਾਹ ਜੀ ਆਪ ਜੀ ਇਸਤਰੀ ਮਾਇਆ ਤੋਂ ਰਹਿਤ ਹੋ। ਜਾਏ ਕਹਿੰਦੇ ਨੇ ਪੈਦਾ ਹੋਣ ਨੂੰ। ਜਿਵੇਂ ਆਪਾਂ ਕਹਿੰਦੇ ਨੇ ਇਹਨੂੰ ਕਿਹਦਾ ਜਾਇਆ ਹੈ, ਤੂੰ ਕਿਹਦਾ ਪੈਦਾ ਕੀਤਾ ਹੋਇਆ ਹੈ। ਜਾਏ ਕਹਿੰਦੇ ਨੇ ਪੈਦਾ ਹੋਣ ਨੂੰ। ਸੱਚੇ ਪਾਤਸ਼ਾਹ ਜੀ ਆਪ ਜੀ ਨੂੰ ਕੋਈ ਪੈਦਾ ਨਹੀਂ ਕਰ ਸਕਦਾ। ਆਪ ਜੀ ਪੈਦਾ ਹੋਣ ਤੋਂ ਰਹਿਤ ਹੋ। ਜਾਏ ਜਾਏ ਕਹਿੰਦੇ ਨੇ ਜਗ੍ਹਾ ਨੂੰ। ਆਪ ਜੀ ਸਾਰੀ ਜਗ੍ਹਾ ਵਿੱਚ ਹੋ, ਸਾਰੀ ਜਗ੍ਹਾ ਵਿੱਚ ਆਪ ਜੀ ਵਿਆਪਕ ਵੀ ਹੋ ਅਤੇ ਜਗ੍ਹਾ ਤੋਂ ਰਹਿਤ ਵੀ ਹੋ। ਭਾਵ ਕਿ ਆਪ ਦੀ ਕੋਈ ਜਗ੍ਹਾ ਨਹੀਂ ਹੈ। ਜਾਏ ਆਪ ਜੀ ਅਚਲ ਹੋ। ਅਤੇ ਆ ਜਿਹੜਾ ਮੂਹਰੇ ਐੜਾ ਲੱਗਿਆ ਹੈ ਦੂਜਾ ਅਰਥ ਨਿਕਲਦਾ ਹੈ ਸਾਰੀ ਜਗ੍ਹਾ ਵਿੱਚ ਆਪ ਜੀ ਆਏ ਹੋਏ ਹੋ। ਸਾਰੀ ਜਗ੍ਹਾ ਵਿੱਚ ਆਪ ਜੀ ਵਿਆਪਕ ਹੋ। ਐਸੇ ਅਕਾਲ ਪੁਰਖ ਆਪ ਤਾਈ ਨਮਸਕਾਰ ਹੈ। ਵਸਤੰ ਅਗੰਜੇ ਨਮਸਤੰ ਅਗੰਜੇ। ਅਗੰਜੇ ਗੰਜੇ ਕਹਿੰਦੇ ਨੇ ਕੱਟਣ ਨੂੰ, ਅਤੇ ਅਗੰਜੇ ਆਪ ਜੀ ਕੱਟਣ ਤੋਂ ਰਹਿਤ ਹੋ। ਆਪ ਜੀ ਨੂੰ ਕੋਈ ਕੱਟ ਨਹੀਂ ਸਕਦਾ। ਹੁਣ ਗੰਜ ਕਹਿੰਦੇ ਨੇ ਢੇਰ ਨੂੰ। ਸੱਚੇ ਪਾਤਸ਼ਾਹ ਜੀ ਆਪ ਜੀ ਅਵਿਦਿਆ ਰੂਪੀ ਢੇਰ ਤੋਂ ਰਹਿਤ ਹੋ। ਉਸ ਤੋਂ ਬਾਅਦ ਸਤਿਗੁਰੂ ਜੀ ਸਮਝਾਉਣਾ ਕਰਦੇ ਨੇ ਅੱਗ ਅੰਜੇ। ਅੱਗ ਕਹਿੰਦੇ ਨੇ ਅਗਨੀ ਨੂੰ ਅਤੇ ਅੰਜੇ ਕਹਿੰਦੇ ਨੇ ਪ੍ਰੇਰਕ ਨੂੰ। ਹੇ ਸੱਚੇ ਪਾਤਸ਼ਾਹ ਜੀ ਆਪ ਜੀ ਅਗਨੀ ਦੇ ਵੀ ਪ੍ਰੇਰਕ ਹੋ। ਹੁਣ ਗੰਜੇ ਕਹਿੰਦੇ ਨੇ ਗੁਣਾਂ ਨੂੰ। ਗੰਜੇ ਆਪ ਜੀ ਗੁਣਾਂ ਦੇ ਗੰਜੇ ਨਿਧਾਨ ਖਜ਼ਾਨੇ ਹੋ। ਹੇ ਐਸੇ ਅਕਾਲ ਪੁਰਖ ਆਪ ਤਾਈ ਨਮਸਕਾਰ ਹੈ। ਨਮਸਤੰ ਅਭੰਜੇ ਭੰਜੇ ਭੰਨਣ ਤੋਂ ਰਹਿਤ। ਜਿਵੇਂ ਗੁਰਜ ਨਾਲ ਭੀਮ ਸੈਨ ਨੇ ਦੁਰਯੋਧਨ ਨੂੰ ਭੰਨਿਆ ਸੀ ਨਾ, ਉਸ ਦਾ ਨਾਸ਼ ਕੀਤਾ ਸੀ। ਸੱਚੇ ਪਾਤਸ਼ਾਹ ਜੀ ਆਪ ਜੀ ਨੂੰ ਕੋਈ ਨਹੀਂ ਭੰਨ ਸਕਦਾ। ਆਪ ਜੀ ਭੰਨਣ ਤੋਂ ਰਹਿਤ ਹੋ। ਭਾਵ ਕਿ ਹੋਰਾਂ ਨੂੰ ਆਪ ਭੰਨਣ ਵਾਲੇ ਹੋ। ਉਸ ਤੋਂ ਬਾਅਦ ਨਮਸਤੰ ਅਭੰਜੇ। ਅੰਬ ਕਹਿੰਦੇ ਨੇ ਪਾਣੀ ਨੂੰ, ਅੰਜੇ ਕਹਿੰਦੇ ਨੇ ਪ੍ਰੇਰਕ। ਸੱਚੇ ਪਾਤਸ਼ਾਹ ਜੀਓ ਜੋ ਇਹ ਪਾਣੀ ਚੱਲਦਾ ਹੈ, ਜੋ ਜਲ ਹੈ, ਇਸਦੇ ਆਪ ਅੰਜੇ ਪ੍ਰੇਰਕ ਹੋ। ਜਿਵੇਂ ਆਪਾਂ ਕਹਿੰਦੇ ਨੇ ਭੈ ਵਿੱਚ ਅਗਨ। ਸਾਰੀ ਜੋ ਸ੍ਰਿਸ਼ਟੀ ਹੈ ਉਹ ਸਤਿਗੁਰਾਂ ਦੇ ਭੈ ਵਿੱਚ ਹੈ। ਅੱਗ ਵੀ ਭੈ ਵਿੱਚ ਹੈ, ਜਲ ਵੀ ਭੈ ਵਿੱਚ ਹੈ। ਜੋ ਦਰਿਆ ਚੱਲਦੇ ਨੇ ਇਹ ਵੀ ਭੈ ਵਿੱਚ ਵਗਦੇ ਨੇ, ਹਵਾ ਵੀ ਭੈ ਵਿੱਚ ਵਗਦੀ ਹੈ। ਆਪ ਇਹਨਾਂ ਦੇ ਜਲ ਦੇ ਪ੍ਰੇਰਕ ਹੋ। ਆਪ ਤਾਈ ਨਮਸਕਾਰ ਹੈ। ਨਮਸਤੰ ਅਨਾਮੇ ਆਪ ਜੀ ਨਾਮਾਂ ਤੋਂ ਰਹਿਤ ਹੋ। ਵਾਹ ਸਾਰੇ ਨਾਮਾਂ ਵਿੱਚ ਆਪ ਜੀ ਆਏ ਹੋਏ ਹੋ। ਨਮਸਤੰ ਅਨਾਮੇ। ਅੰਨ ਕਹਿੰਦੇ ਨੇ ਰਹਿਤ ਹੈ। ਆਮੇ, ਆਮੇ ਦਾ ਅਰਥ ਹੈ ਰੋਗ। ਸੱਚੇ ਪਾਤਸ਼ਾਹ ਜੀ ਆਪ ਜੀ ਰੋਗਾਂ ਤੋਂ ਰਹਿਤ ਹੋ। ਆਪ ਜੀ ਨੂੰ ਕੋਈ ਰੋਗ ਨਹੀਂ ਲੱਗ ਸਕਦਾ। ਆਪ ਜੀ ਕਿਸੇ ਨਾਮ ਵਿੱਚ ਵੀ ਨਹੀਂ ਆਉਂਦੇ।
ਜਿਵੇਂ ਸਜਾਤੀ ਵਜਾਤੀ ਸਵੈਗਤ ਭੇਦ ਸੇ ਰਹਿਤ ਹੋ। ਨਾ ਆਪ ਜੀ ਦਾ ਕੋਈ ਜਾਤੀ ਕਰਕੇ ਨਾਮ ਹੈ, ਭਾਵ ਕਿ ਆਪਾਂ ਕਹਿ ਨਹੀਂ ਸਕਦੇ ਕਿ ਉਹ ਸਿੱਖ ਹੈ। ਕਿਰਿਆ ਗੁਣ ਕਰਕੇ ਵਿਅਕਤੀ ਕਰਕੇ ਆਪ ਜੀ ਦਾ ਨਾਮ ਨਹੀਂ ਹੈ। ਜਿਵੇਂ ਕੋਈ ਚਮੜੇ ਦਾ ਕੰਮ ਕਰਦਾ ਹੈ ਤਾਂ ਉਹਨੂੰ ਆਪਾਂ ਚਮਿਆਰ ਵੀ ਕਹਿ ਦਿੰਦੇ ਹਾਂ। ਲੱਕੜ ਦਾ ਕੰਮ ਕਰਦਾ ਹੈ ਉਹਨੂੰ ਆਪਾਂ ਤਰਖਾਣ ਕਹਿ ਦਿੰਦੇ ਹਾਂ। ਕੋਈ ਲੋਹੇ ਦਾ ਕੰਮ ਕਰਦਾ ਹੈ ਉਹਨੂੰ ਆਪਾਂ ਲੁਹਾਰ ਕਹਿ ਦਿੰਦੇ ਹਾਂ। ਸੱਚੇ ਪਾਤਸ਼ਾਹ ਜੀ ਕਿਸੇ ਜਾਤੀ ਸੁਜਾਤੀ ਕਿਰਿਆ ਕਰਕੇ ਗੁਣ ਕਰਕੇ ਆਪ ਜੀ ਦਾ ਨਾਮ ਨਹੀਂ ਹੈ। ਆਪ ਜੀ ਨਾਮ ਤੋਂ ਰਹਿਤ ਹੋ, ਆਪ ਜੀ ਰੋਗਾਂ ਤੋਂ ਰਹਿਤ ਹੋ। ਆਪ ਤਾਈ ਨਮਸਕਾਰ ਹੈ। ਨਮਸਤੰ ਅਠਾਮੇ। ਅਠਾਮੇ ਆਪ ਜੀ ਦੀ ਕੋਈ ਠਾਮੇ ਥਾਂ ਨਹੀਂ ਹੈ। ਆਪ ਜੀ ਥਾਂ ਤੋਂ ਰਹਿਤ ਹੋ। ਜਿਵੇਂ ਆਪਾਂ ਕਹਿੰਦੇ ਪੀਪਲ 'ਤੇ ਫਲਾਣੇ ਦੇਵਤੇ ਦਾ ਬਾਸਾ ਹੈ, ਆਹ ਕੀਕਰ 'ਤੇ ਫਲਾਣਾ ਭੂਤ ਰਹਿੰਦਾ ਹੈ, ਆਹ ਜਲ ਵਿੱਚ ਫਲਾਣੇ ਦਾ ਵਾਸਾ ਹੈ, ਆਹ ਫਲਾਣੇ ਰੁੱਖ 'ਤੇ ਫਲਾਣਾ ਦੇਵਤਾ ਰਹਿੰਦਾ ਹੈ। ਜਿਵੇਂ ਆਪਾਂ ਕਹਿੰਦੇ ਸਾਡਾ ਪਿੰਡ ਬੋਪਾ ਰਾਏ ਹੈ, ਫਲਾਣੇ ਦਾ ਪਿੰਡ ਭਿੰਡਰਾ ਹੈ। ਇਸੇ ਤਰ੍ਹਾਂ ਆਪ ਦਾ ਕੋਈ ਥਾਂ ਨਹੀਂ ਹੈ, ਬਲਕਿ ਆਪ ਸਾਰੀਆਂ ਜਗ੍ਹਾ ਵਿੱਚ ਸਾਰੇ ਥਾਵਾਂ ਵਿੱਚ ਆਏ ਹੋਏ ਹੋ। ਆਪ ਤਾਈਂ ਸੱਚੇ ਪਾਤਸ਼ਾਹ ਨਮਸਕਾਰ ਹੈ। ਨਮਸਤੰ ਅਕਰਮੰ। ਨਮਸਤੰ ਇਹ ਜੋ ਪਾਠ ਹੈ ਨਮਸਤੰ, ਜਿਵੇਂ ਸਾਰੇ ਇਹ ਪਾਠ ਲਗਭਗ ਇਹੀ ਸਾਰੇ ਪਾਠ ਆਉਂਦਾ ਹੈ ਨਮਸਤੰ। ਕਈ ਇਹਨੂੰ ਨਮਸਤੰਗ ਕਹਿੰਦੇ ਨੇ, ਗੱਗਾ ਲਾ ਦਿੰਦੇ ਨੇ। ਇਹ ਨੱਕ ਵਿੱਚ ਅੱਧਾ ਗੱਗਾ ਇਹ ਬੋਲਣਾ ਹੈ ਨਮਸਤੰ। ਨਮਸਤੰ ਅਕਰਮੰ। ਸੱਚੇ ਪਾਤਸ਼ਾਹ ਜੀ ਆਪ ਜੀ ਅਕਰਤਾ ਰੂਪ ਹੋ, ਭਾਵ ਕਿ ਆਪ ਨੂੰ ਕੋਈ ਕਰਮ ਨਹੀਂ ਕਰਨਾ ਪੈਂਦਾ। ਆਪ ਜੀ ਕਰਮ ਕਰਨ ਤੋਂ ਰਹਿਤ ਹੋ। ਆਪ ਜੀ ਅਕਰੇ ਰੂਪ ਹੋ। ਅਕਰੇ ਕਹਿੰਦੇ ਨੇ ਕਿ ਆਪ ਪਰਮੇਸ਼ਰ ਹੁੰਦੇ ਹੋਏ ਵੀ ਆਪ ਕਿਸੇ ਹੋਰ ਤੋਂ ਕੰਮ ਕਰਾਉਂਦੇ ਹੋ। ਜਿਵੇਂ ਮਾਇਆ ਦੀ ਡਿਊਟੀ ਲਾਈ ਹੈ, ਜਿਵੇਂ ਬ੍ਰਹਮਾ ਦੀ ਡਿਊਟੀ ਸ੍ਰਿਸ਼ਟੀ ਸਾਜਣ ਦੀ ਲਾਤੀ, ਵਿਸ਼ਨੂੰ ਨੂੰ ਪਾਲਣ ਨੂੰ ਰੋਜੀ ਦੇਣ ਨੂੰ ਲਾਤਾ, ਅਤੇ ਸ਼ਿਵ ਜੀ ਨੂੰ ਲੈਤਾ ਭਾਵ ਕੇ ਨਾਸ਼ ਕਰਨ ਨੂੰ। ਇੱਦਾਂ ਉਹਨਾਂ ਦੀ ਡਿਊਟੀ ਲਾ ਦਿੱਤੀ। ਆਪ ਜੀ ਅਕਰੇ ਰੂਪ ਹੋ। ਆਪ ਨੂੰ ਕੋਈ ਕੰਮ ਨਹੀਂ ਕਰਨਾ ਪੈਂਦਾ, ਆਪ ਨੇ ਸਿਰਫ ਸੰਕਲਪ ਹੀ ਕਰਨਾ ਹੈ। ਅਤੇ ਜੋ ਸ੍ਰਿਸ਼ਟੀ ਸਾਜਣ ਦੀ, ਪਾਲਣ ਦੀ, ਰੋਜੀ ਦੇਣ ਦੀ, ਨਾਸ਼ ਕਰਨ ਦੀ, ਹੋਰ ਜਿੰਨੇ ਕੰਮ ਨੇ ਆਪ ਜੀ ਆਪਣੇ ਦਾਸਾਂ ਤੋਂ ਹੀ ਕਰਵਾਈ ਜਾਂਦੇ ਹੋ। ਜਾਂ ਮਾਇਆ ਨੂੰ ਸ਼ਕਤੀ ਨੂੰ ਕਹਿਤਾ ਕਿ ਤੂੰ ਕੰਮ ਕਰ, ਆਪ ਜੀ ਨੂੰ ਕੋਈ ਕੰਮ ਨਹੀਂ ਕਰਨਾ ਪੈਂਦਾ। ਉਸ ਤੋਂ ਬਾਅਦ ਨਮਸਤੰ ਅਕਰਮੰ। ਜੋ ਰਮਿਆ ਹੋਇਆ ਪਰਮੇਸ਼ਰ ਹੈ, ਰਮੰ ਜੋ ਵਿਆਪਕ ਹੈ ਸੱਚੇ ਪਾਤਸ਼ਾਹ ਆਪ ਤਾਈ ਨਮਸਕਾਰ ਹੈ। ਜੋ ਕਿਰਪਾ ਕਰਦਾ ਹੈ ਸਾਰੇ ਜੀਵਾਂ 'ਤੇ ਕਿਰਪਾ ਕਰਨ ਵਾਲਾ ਹੈ, ਆਪ ਤਾਈ ਨਮਸਕਾਰ ਹੈ। ਜੋ ਨਿਤ ਨਿਮਿਤ ਕਰਮਾਂ ਤੋਂ ਰਹਿਤ ਹੈ, ਜਿਹਨੂੰ ਕੋਈ ਕਰਮ ਨਹੀਂ ਕਰਨਾ ਪੈਂਦਾ, ਜੋ ਸਾਰੀਆਂ ਵਿੱਚ ਆਇਆ ਹੋਇਆ ਹੈ, ਸਾਰੇ ਸਰੀਰਾਂ ਵਿੱਚ ਜੋ ਆਇਆ ਹੋਇਆ ਹੈ, ਆਪ ਤਾਈਂ ਸੱਚੇ ਪਾਤਸ਼ਾਹ ਜੀਓ ਨਮਸਕਾਰ ਹੈ। ਜੋ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਨਮਸਤੰ ਅਧਰਮੰ। ਆਪ ਜੀ ਦਾ ਕੋਈ ਧਰਮ ਵੀ ਨਹੀਂ ਹੈ। ਆਪ ਜੀ ਧਰਮ ਤੋਂ ਰਹਿਤ ਹੋ। ਵਾ ਸਾਰਿਆਂ ਧਰਮਾਂ ਵਿੱਚ ਆਪ ਜੀ ਆਏ ਹੋਏ ਹੋ। ਜਿਵੇਂ ਆਪਾਂ ਇਹ ਨਹੀਂ ਕਹਿ ਸਕਦੇ ਕਿ ਰੱਬ ਸਿੱਖਾਂ ਦਾ ਹੀ ਹੈ ਜਾਂ ਰੱਬ ਬ੍ਰਾਹਮਣਾਂ ਦਾ ਹੀ ਹੈ। ਆਪਾਂ ਉਸ ਦਾ ਕੋਈ ਇੱਕ ਵਿਸ਼ੇਸ਼ ਧਰਮ ਨਹੀਂ ਦੱਸ ਸਕਦੇ ਕਿ ਫਲਾਣੇ ਦਾ ਰੱਬ ਹੈ, ਫਲਾਣੇ ਦਾ ਹੈ ਨਹੀਂ, ਕਿ ਜੋ ਉੱਚਾ ਹੈ, ਜੋ ਵੱਡਾ ਹੈ, ਰੱਬ ਉਹਦਾ ਹੈ, ਗਰੀਬ ਦਾ ਰੱਬ ਨਹੀਂ ਹੈ। ਆਪਾਂ ਇਹ ਨਹੀਂ ਕਹਿ ਸਕਦੇ। ਜੋ ਪਰਮਾਤਮਾ ਹੈ ਉਹ ਕਿਸੇ ਧਰਮ ਵਿੱਚ ਵੀ ਨਹੀਂ ਆਉਂਦਾ, ਉਸ ਦਾ ਕੋਈ ਵਿਸ਼ੇਸ਼ ਧਰਮ ਨਹੀਂ ਹੈ, ਬਲਕਿ ਸਾਰਿਆਂ ਧਰਮਾਂ ਵਿੱਚ ਉਹ ਆਇਆ ਹੋਇਆ ਹੈ।
ਉਹ ਹਿੰਦੂਆਂ ਵਿੱਚ ਵੀ ਹੈ, ਸਿੱਖਾਂ ਵਿੱਚ ਵੀ ਹੈ, ਮੁਸਲਮਾਨਾਂ ਵਿੱਚ ਵੀ ਹੈ। ਐਸੇ ਪਰਮਾਤਮਾ ਤਾਈ ਨਮਸਕਾਰ ਹੈ। ਉਸ ਤੋਂ ਬਾਅਦ ਨਮਸਤੰ ਅਧਰਮੰ, ਆਦ ਕਹਿੰਦੇ ਨੇ ਜੋ ਅਧਿਸ਼ਠਾਨ ਰੂਪ ਹੈ। ਅਧਿਸ਼ਠਾਨ ਕਹਿੰਦੇ ਨੇ ਆਸਰੇ ਨੂੰ, ਜੋ ਸਾਰਿਆਂ ਨੂੰ ਆਸਰਾ ਦੇਣ ਵਾਲਾ ਹੈ। ਨਮਸਤੰ ਅਧਰਮੰ, ਆਦ ਅਧਿਸ਼ਠਾਨ ਰੂਪ ਜੋ ਆਸਰਾ ਦਿੰਦਾ ਹੈ, ਤੇ ਰਮੰ ਜੋ ਸਾਰਿਆਂ ਪਾਸੇ ਜੋ ਰਮਿਆ ਹੋਇਆ ਹੈ। ਉਹਦਾ ਕੋਈ ਧਰਮ ਕਰਕੇ ਕੋਈ ਚਿੰਨ੍ਹ ਵੀ ਨਹੀਂ ਹੈ। ਜਿਵੇਂ ਕਿਸੇ ਨੇ ਕੰਠੀ ਪਾ ਲਈ ਜਾਂ ਕਿਸੇ ਨੇ ਗਲ ਵਿੱਚ ਮਾਲਾ ਪਾ ਲਈ, ਹੱਥ ਵਿੱਚ ਮਾਲਾ ਫੜ ਲਈ, ਇੱਦਾਂ ਦਾ ਕੋਈ ਚਿੰਨ੍ਹ ਵੀ ਨਹੀਂ ਹੈ। ਤੱਦੈ ਧਰਮ ਧਰੈ ਧਰਮਾਪੁਰ, ਗੁਣਕਾਰੀ ਮਨ ਧੀਰਾ। ਉਸਦਾ ਕੋਈ ਧਰਮ ਨਹੀਂ ਹੈ, ਧਰਮ ਤੋਂ ਰਹਿਤ ਹੈ। ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕੈ ਹਿਰਦੈ ਸਭ ਧਰਮ। ਜੋ ਧਰਮ ਅੰਤःਕਰਨ ਹੈ ਆਪਣਾ, ਜਿਹਨੂੰ ਆਪਾਂ ਮਨ ਵੀ ਕਹਿ ਦਿੰਦੇ ਹਾਂ, ਇਸ ਦੇ ਜੋ ਸੰਸਕਾਰ ਨੇ ਇਹਨਾਂ ਤੋਂ ਵੀ ਪਰਮਾਤਮਾ ਰਹਿਤ ਹੈ। ਭਾਵ ਕਿ ਜੋ ਅਵਰਨ, ਵਖੇਪ, ਸ਼ੋਕ ਨਾਸ, ਅਤ ਹਰਖ, ਇਹ 7 ਅਵਸਥਾ ਹੁੰਦੀਆਂ ਨੇ ਅੰਤঃਕਰਨ ਦੀਆਂ, ਇਹਨਾਂ ਤੋਂ ਵੀ ਪਰਮਾਤਮਾ ਰਹਿਤ ਹੈ। ਅਵਰਨ ਕਹਿੰਦੇ ਨੇ ਅਵਿਦਿਆ ਨੂੰ, ਅਗਿਆਨ ਦੇ ਹਨੇਰੇ ਨੂੰ। ਭਾਵ ਕਿ ਕਿਸੇ ਨੂੰ ਗੁਰਮਤਿ ਦੀ ਸੋਝੀ ਨਹੀਂ, ਮਾੜੇ ਕਰਮਾਂ ਵਿੱਚ ਲੱਗਿਆ ਹੈ, ਉਸਨੂੰ ਉਹ ਅਗਿਆਨੀ ਹੈ। ਵਖੇਪ ਦੀਆਂ ਮੈਲਾਂ, ਕਿਸੇ ਦੇ ਮਨ ਵਿੱਚ ਵਿਸ਼ੇ ਵਿਕਾਰ ਹੁੰਦੇ ਨੇ ਇਤਿਆਦਿਕ, ਉਹ ਪਰਮਾਤਮਾ ਵਿੱਚ ਵਿਸ਼ੇ ਵਿਕਾਰ ਵੀ ਨਹੀਂ ਹੈ। ਅੱਗੇ ਸ਼ੋਕ ਨਾਸ, ਜਿਵੇਂ ਆਪਣੀ ਕੋਈ ਚੀਜ਼ ਆਪਣੇ ਕੋਲੋਂ ਚਲੇ ਜਾਂਦੀ ਹੈ ਜਾਂ ਆਪਣੇ ਪਰਿਵਾਰ ਵਿੱਚੋਂ ਕੋਈ ਚੜ੍ਹਾਈ ਕਰ ਜਾਂਦਾ ਹੈ ਤਾਂ ਆਪਾਂ ਨੂੰ ਸੋਗ ਹੋ ਜਾਂਦਾ ਹੈ। ਉਸ ਪਰਮਾਤਮਾ ਨੂੰ ਕੋਈ ਸੋਗ ਵੀ ਨਹੀਂ ਹੈ। ਅਤ ਹਰਖ, ਆਪਾਂ ਨੂੰ ਧਨ ਮਾਇਆ ਪੈਸਾ ਮਿਲ ਗਿਆ, ਆਪਾਂ ਬੜੇ ਖੁਸ਼ ਹੁੰਦੇ ਹਾਂ। ਜਾਂ ਕੋਈ ਵਿਛੜਿਆ ਸਾਥੀ ਮਿਲ ਜਾਵੇ, ਬੜੇ ਖੁਸ਼ ਹੁੰਦੇ ਹਾਂ। ਪਰ ਜੋ ਪਰਮਾਤਮਾ ਹੈ ਉਹਨੂੰ ਹਰਖ ਵੀ ਨਹੀਂ ਹੈ। ਉਹ ਹਰਖ ਸੋਗ ਤੇ ਰਹਿ ਨਿਆਰੋ, ਨਾ ਹੀ ਮਾਨ ਅਪਮਾਨਾ। ਹੁਣ ਪਰਮਾਤਮਾ ਨੂੰ ਕਈ ਗਾਲਾਂ ਵੀ ਕੱਢੀ ਜਾਂਦੇ ਨੇ, ਪਰਮਾਤਮਾ ਗੁੱਸਾ ਕਰਦਾ ਹੈ। ਜੇ ਆਪਾਂ ਪਰਮਾਤਮਾ ਦੀ ਵਡਿਆਈ ਕਰੀਏ, ਪਰਮਾਤਮਾ ਦਾ ਕੁਝ ਵੱਧ ਨਹੀਂ ਜਾਣਾ। ਜੇ ਆਪਾਂ ਪਰਮਾਤਮਾ ਨੂੰ ਗਾਲਾਂ ਕੱਢੀਏ, ਉਸਦਾ ਕੁਝ ਘੱਟ ਵੀ ਨਹੀਂ ਜਾਣਾ। ਇਹ ਜੋ ਵਡਿਆਈ ਆਪਾਂ ਕਰਦੇ ਹਾਂ, ਆਪਣੇ ਭਲੇ ਲਈ ਕਰਦੇ ਹਾਂ, ਆਪਣੇ ਸੁਧਾਰ ਲਈ ਕਰਦੇ ਹਾਂ। ਇਹ ਸੱਚੇ ਪਾਤਸ਼ਾਹ, ਜੋ ਅੰਤःਕਰਨ ਦੇ ਸੰਸਕਾਰ ਨੇ, ਇਹਨਾਂ ਤੋਂ ਵੀ ਤੂੰ ਰਹਿਤ ਹੈ। ਤੂੰ ਕਿਸੇ ਧਰਮ ਵਿੱਚ ਵੀ ਨਹੀਂ ਆਉਂਦਾ, ਤੂੰ ਧਰਮਾਂ ਤੋਂ ਰਹਿਤ ਹੈ। ਸੱਚੇ ਪਾਤਸ਼ਾਹ ਤੇਰੇ ਤਾਈ ਨਮਸਕਾਰ ਹੈ। ਅਨਾਮੰ, ਅਨਾਮੰ, ਉਹ ਨਾਵਾਂ ਤੋਂ ਰਹਿਤ ਹੈ। ਅਨ ਆਮੰ, ਰਹਿਤ ਹੈ ਰੋਗਾਂ ਤੋਂ, ਉਹ ਕਿਸੇ ਰੋਗ ਵਿੱਚ ਵੀ ਨਹੀਂ ਆਉਂਦਾ। ਉਹ ਨਾਮ ਰੂਪੀ ਪ੍ਰਪੰਚ ਤੋਂ ਰਹਿਤ ਹੈ, ਬਲਕਿ ਸਾਰੇ ਨਾਮਾਂ ਵਿੱਚ ਉਹ ਆਇਆ ਹੋਇਆ ਹੈ। ਹੁਣ ਅਨ ਆਮੰ, ਅਨ ਕਹਿੰਦੇ ਨੇ ਰੋਗਾਂ ਨੂੰ, ਆਮੰਗ ਕਹਿੰਦੇ ਨੇ ਦੁੱਖ ਨੂੰ। ਜਿਵੇਂ ਵਾਏ, ਪਿੱਤ, ਕਾਫ, ਇਹ ਰੋਗ ਹੁੰਦੇ ਨੇ। ਜਿਵੇਂ ਕੋਈ ਬਿਮਾਰ ਹੋ ਗਿਆ, ਕਿਸੇ ਨੂੰ ਖੰਘ ਹੋ ਗਈ, ਖਾਂਸੀ ਆਦਿਕ ਹੋ ਗਈ, ਜਾਂ ਕਿਸੇ ਦਾ ਪੇਟ ਖਰਾਬ ਹੋ ਗਿਆ, ਇਤਿਆਦਿਕ ਜਿਹੜੇ ਰੋਗ ਨੇ, ਸੱਚੇ ਪਾਤਸ਼ਾਹ ਜੀ ਆਪ ਜੀ ਨੂੰ ਕੋਈ ਰੋਗ ਨਹੀਂ ਚਿੰਬੜਦਾ। ਆਪ ਜੀ ਰੋਗਾਂ ਤੋਂ ਰਹਿਤ ਹੋ। ਹੁਣ ਆਪਣੇ ਘਰ ਹੁੰਦੇ ਨੇ ਨਾ, ਧਾਮ ਕਹਿੰਦੇ ਨੇ ਘਰ ਨੂੰ। ਸੱਚੇ ਪਾਤਸ਼ਾਹ ਜੀ ਆਪ ਜੀ ਦਾ ਕੋਈ ਘਰ ਨਹੀਂ ਹੈ। ਨਮਸਤੰ ਅਧਾਮੰ, ਆਪ ਜੀ ਘਰਾਂ ਤੋਂ ਰਹਿਤ ਹੋ। ਵਾਹ, ਸਾਰੇ ਘਰਾਂ ਵਿੱਚ ਆਪ ਜੀ ਆਏ ਹੋਏ ਹੋ। ਆਪ ਜੀ ਸਰੀਰ ਰੂਪੀ ਘਰਾਂ ਤੋਂ ਰਹਿਤ ਹੋ, ਤੇ ਸਾਰੇ ਸਰੀਰ ਰੂਪੀ ਘਰਾਂ ਵਿੱਚ ਆਪ ਜੀ ਆਏ ਹੋਏ ਹੋ। ਆਪ ਜੀ ਘਰਾਂ ਤੋਂ ਰਹਿਤ ਹੋ, ਬਲਕਿ ਸਾਰਿਆਂ ਦੇ ਹਿਰਦੇ ਰੂਪੀ ਘਰਾਂ ਵਿੱਚ ਆਪ ਜੀ ਆਏ ਹੋਏ ਹੋ।
हे सच्चे पातशाह अकाल पुरख आप ताई नमस्कार है। ਨਮਸਤੰ ਅਜੀਤੇ ਜਿੱਤਣ ਤੋਂ ਰਹਿਤ ਜਿਹਨੂੰ ਜਿੱਤਿਆ ਨਹੀਂ ਜਾਂਦਾ। ਜਿਵੇਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਕਿਹਾ ਸੀ ਨਾ, ਨਾਮ ਕਾ ਅਜੀਤ ਹੂੰ ਜੀਤਾ ਨਹੀਂ ਜਾਊਂਗਾ, ਅਗਰ ਜੀਤਾ ਗਿਆ ਤਾਂ ਜੀਤਾ ਨਹੀਂ ਆਊਂਗਾ। हे ਕਲਗੀਧਰ ਪਿਤਾ, ਨਾਮ ਅਜੀਤ ਸਿੰਘ ਹੈ, ਮੈਂ ਜਿੱਤਿਆ ਨਹੀਂ ਜਾਵਾਂਗਾ। ਜੇ ਕਿਸੇ ਨੇ ਜਿੱਤ ਵੀ ਲਿਆ ਤਾਂ ਮੁੜ ਕੇ ਜਿਉਂਦਾ ਵਾਪਸ ਨਹੀਂ ਆਵਾਂਗਾ। ਉਹ ਪਰਮਾਤਮਾ ਜਿੱਤਣ ਤੋਂ ਰਹਿਤ ਹੈ, ਉਸ ਨੂੰ ਕੋਈ ਜਿੱਤ ਨਹੀਂ ਸਕਦਾ। ਕਲਗੀਧਰ ਪਿਤਾ ਜੀ ਨੂੰ ਹਰਾਉਣ ਵਾਸਤੇ ਕਿੰਨਿਆਂ ਨੇ ਜ਼ੋਰ ਲਾਏ, ਪਰ ਕੋਈ ਜਿੱਤ ਸਕਿਆ। ਹੁਣ ਕਲਗੀਧਰ ਪਿਤਾ ਜੀ ਉਹ ਆਪਣੇ ਨਿਰਗੁਣ ਸਰੂਪ ਦੀ ਇਹ ਮਹਿਮਾ ਕਰ ਰਹੇ ਨੇ, ਨਮਸਕਾਰਾਂ ਕਰ ਰਹੇ ਨੇ ਸਰਗੁਣ ਸਰੂਪ ਵਿੱਚ ਆ ਕੇ। ਜੋ ਅਕਾਲ ਪੁਰਖ ਹੈ ਜਿੱਤਣ ਤੋਂ ਰਹਿਤ ਹੈ, ਸਾਰਿਆਂ ਨੂੰ ਜਿੱਤ ਦੇਣ ਵਾਲਾ ਵੀ ਉਹੀ ਹੈ। ਵਾਹ ਵਿਸ਼ੇਸ਼ ਕਰਕੇ ਸਾਰਿਆਂ ਨੂੰ ਜਿੱਤਣ ਵਾਲਾ ਹੀ ਪਰਮਾਤਮਾ ਹੈ। ਜੀਤੇ ਕਹਿੰਦੇ ਨੇ ਜੀਵਾਂ ਨੂੰ, ਭਾਵ ਕਿ ਸਾਰੇ ਜੀਵਾਂ ਤੋਂ ਉਹ ਰਹਿਤ ਹੈ ਪਰਮਾਤਮਾ। ਜੀਤੇ ਜੀਵ ਨੂੰ, ਸਾਰਿਆਂ ਜੀਵਾਂ ਵਿੱਚ ਵੀ ਆਇਆ ਹੋਇਆ ਉਹੀ ਹੈ। ਜੀਤੇ ਜੋ ਮਾਇਆ ਹੈ ਸਾਰਿਆਂ ਨੂੰ ਜਿੱਤਣ ਵਾਲੀ ਹੈ, ਉਸ ਤੋਂ ਵੀ ਪਰਮਾਤਮਾ ਅਜਿੱਤ ਹੈ। ਮਾਇਆ ਵੀ ਜਿਵੇਂ ਆਪਾਂ ਨੂੰ ਮਾਇਆ ਚਿੰਬੜ ਜਾਂਦੀ ਹੈ, ਆਪਾਂ ਨੂੰ ਭਰਮ ਪਾ ਦਿੰਦੀ ਹੈ, ਉਸ ਤਰ੍ਹਾਂ ਪਰਮਾਤਮਾ ਨੂੰ ਮਾਇਆ ਚਿੰਬੜ ਨਹੀਂ ਸਕਦੀ, ਕਿਉਂਕਿ ਮਾਇਆ ਤਾਂ ਦਾਸੀ ਹੈ ਅਕਾਲ ਪੁਰਖ ਦੀ। ਉਹ ਅਕਾਲ ਪੁਰਖ ਅਜਿੱਤ ਹੈ। हे ਸੱਚੇ ਪਾਤਸ਼ਾਹ ਆਪ ਤਾਈ ਨਮਸਕਾਰ ਹੈ। ਨਮਸਤੰ ਅਭੀਤੇ ਆਪ ਜੀ ਭੈ ਤੋਂ ਰਹਿਤ ਹੋ। ਭੀਤੇ ਭੈ ਤੋਂ ਆਪ ਜੀ ਰਹਿਤ ਹੋ। ਆਪ ਜੀ ਨੂੰ ਕੋਈ ਡਰਾ ਨਹੀਂ ਸਕਦਾ। ਆਪ ਜੀ ਨਿਰਭਉ ਹੋ। ਭੀਤ ਕਹਿੰਦੇ ਨੇ ਕੰਧ ਨੂੰ। ਜਿਵੇਂ ਆਪਾਂ ਨੌਵੇਂ ਪਾਤਸ਼ਾਹ ਦੇ ਸਲੋਕਾਂ ਵਿੱਚ ਸਰਵਣ ਕਰਦੇ ਹਾਂ, ਜਿਉਂ ਬਾਲੂ ਕੀ ਭੀਤ, ਜਿਵੇਂ ਰੇਤੇ ਦੀ ਕੰਧ ਹੁੰਦੀ ਹੈ ਨਾ, ਉਹ ਖੜ ਨਹੀਂ ਸਕਦੀ, ਇਸੇ ਤਰ੍ਹਾਂ ਦੇਹੀ ਹੈ। ਸੱਚੇ ਪਾਤਸ਼ਾਹ ਜੀ ਉਹ ਭੀਤ ਕਹਿੰਦੇ ਨੇ ਕੰਧ ਨੂੰ। ਜਿਵੇਂ ਕੰਧ ਵਿੱਚ ਜੜਤਾਈ ਹੁੰਦੀ ਹੈ, ਜੜ ਹੁੰਦੀ ਹੈ ਕੰਧ, ਉਸ ਵਿੱਚ ਕੋਈ ਚੇਤਨ ਸੱਤਾ ਨਹੀਂ ਹੁੰਦੀ, ਇੱਕ ਜਗ੍ਹਾ ਖੜੀ ਰਹਿੰਦੀ ਹੈ, ਚੱਲ ਨਹੀਂ ਸਕਦੀ। ਆਪ ਜੀ ਵਿੱਚ ਜੜਤਾਈ ਨਹੀਂ ਹੈ, ਆਪ ਜੀ ਰਹਿਤ ਹੋ ਜੜਤਾਈ ਤੋਂ। ਭੀਤ ਕਹਿੰਦੇ ਨੇ ਦੇਹ ਨੂੰ। ਸੱਚੇ ਪਾਤਸ਼ਾਹ ਜੀ ਆਪ ਜੀ ਕਿਸੇ ਕੋਈ ਦੇਹ ਨਹੀਂ ਧਾਰਦੇ, ਆਪ ਜੀ ਦੇਹਾਂ ਤੋਂ ਰਹਿਤ ਹੋ, ਬਲਕਿ ਸਾਰੀ ਦੇਹਾਂ ਵਿੱਚ ਆਪ ਜੀ ਆਏ ਹੋਏ ਹੋ। ਨਮਸਤੰ ਅਵਾਹੀ ਬਾਹੇ ਕਹਿੰਦੇ ਨੇ ਬਾਹ ਨੂੰ। ਆਪ ਜੀ ਬਾਹਾਂ ਤੋਂ ਰਹਿਤ ਹੋ। ਬਾਹੇ ਕਹਿੰਦੇ ਨੇ ਸਵਾਰੀ। ਆਪ ਜੀ ਸਵਾਰੀਆਂ ਤੋਂ ਰਹਿਤ ਹੋ। ਬਾਹੇ ਕਹਿੰਦੇ ਨੇ ਵਸ ਹੋਣ ਨੂੰ। ਆਪ ਜੀ ਕਿਸੇ ਦੇ ਵਸ ਨਹੀਂ ਆਉਂਦੇ, ਆਪ ਜੀ ਵਸ ਹੋਣ ਤੋਂ ਰਹਿਤ ਹੋ। ਉਸ ਤੋਂ ਬਾਅਦ ਅੱਗੇ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ ਅਬਾਹੇ, ਅਬ ਆਹੇ। ਅਬ ਕਹਿੰਦੇ ਨੇ ਅਬਿਨਾਸੀ ਨੂੰ। ਆਪ ਅਬਿਨਾਸੀ ਸਰੂਪ ਹੋ, ਨਾਸ਼ ਤੋਂ ਰਹਿਤ ਹੋ, ਬਲਕਿ ਆਹੇ ਸਾਰਿਆਂ ਵਿੱਚ ਆਏ ਹੋਏ ਹੋ। ਨਮਸਤੰ ਅਟਾਹੇ ਆਪ ਜੀ ਢਾਣ ਤੋਂ ਰਹਿਤ ਹੋ, ਕੋਈ ਆਪ ਜੀ ਨੂੰ ਢਾ ਨਹੀਂ ਸਕਦਾ। ਢਾਹੇ ਦਾ ਅਰਥ ਹੈ ਆਸਰਾ। ਆਪ ਜੀ ਆਸਰੇ ਤੋਂ ਰਹਿਤ ਹੋ। ਆਪ ਜੀ ਕਿਸੇ ਦੇ ਅੜਿੱਕੇ ਆਉਣ ਵਾਲੇ ਨਹੀਂ। ਆਪ ਜੀ ਹੋਰਾਂ ਨੂੰ ਢਾਉਣ ਵਾਲੇ ਹੋ ਅਤੇ ਕਿਸੇ ਦੇ ਅਧੀਨ ਹੋ ਕੇ ਜਾਂ ਉਹਦੇ ਅੱਗੇ ਢਹਿ ਕੇ ਆਪ ਜੀ ਉਸ ਦੇ ਚਰਨਾਂ ਵਿੱਚ ਢਹਿੰਦੇ ਨਹੀਂ। ਆਪ ਤਾਈ ਨਮਸਕਾਰ ਹੈ। ਨਮਸਤੰ ਅਨੀਲੇ ਨੀਲੇ, ਇਹ ਜਿਵੇਂ ਗਿਣਤੀ ਹੁੰਦੀ ਹੈ ਨਾ, ਸੈਂਕੜੇ, ਹਜ਼ਾਰ, 10,000, ਲੱਖ, ਅਰਬ, ਖਰਬ, ਫਿਰ ਅੱਗੇ ਜਾ ਕੇ ਨੀਲ, ਪਤਾ ਨਹੀਂ ਕਿੰਨੀ ਕੁ ਗਿਣਤੀ। ਉਸ ਤੋਂ ਬਾਅਦ ਜਿਵੇਂ ਅਸੰਖ ਵੀ ਆ ਜਾਂਦਾ ਹੈ, ਜਿਸ ਦੀ ਗਿਣਤੀ ਮਿਣਤੀ ਹੋ ਹੀ ਨਹੀਂ ਸਕਦੀ। ਸੱਚੇ ਪਾਤਸ਼ਾਹ ਜੀ ਆਪ ਜੀ ਨਮਸਤੰ ਅਨੀਲੇ।
ਨੀਲ ਆਦਿਕ ਗਿਣਤੀਆਂ ਤੋਂ ਆਪ ਜੀ ਰਹਿਤ ਹੋ। ਆਪ ਜੀ ਕੋਈ ਗਿਣ ਨਹੀਂ ਸਕਦਾ। ਆਪ ਜੀ ਦੇ ਉਪਕਾਰਾਂ ਨੂੰ, ਗੁਣਾਂ ਨੂੰ ਕੋਈ ਗਿਣ ਨਹੀਂ ਸਕਦਾ। ਗਿਣਤੀ ਮਿਣਤੀ ਤੋਂ ਆਪ ਜੀ ਰਹਿਤ ਹੋ। ਨੀਲੇ ਜਿਵੇਂ ਨੀਲਾ ਰੰਗ ਹੁੰਦਾ ਹੈ, ਆਪ ਜੀ ਰੰਗਾਂ ਤੋਂ ਵੀ ਰਹਿਤ ਹੋ। ਨੀਲੇ ਆਪ ਜੀ ਜੋ ਕਲੰਕ ਨੇ, ਕਲੰਕਾਂ ਤੋਂ ਵੀ ਰਹਿਤ ਹੋ, ਬਲਕਿ ਆਪਣੇ ਪਿਆਰਿਆਂ ਨੂੰ, ਦਾਸਾਂ ਨੂੰ ਕਲੰਕ ਤੋਂ ਰਹਿਤ ਕਰਨ ਵਾਲੇ ਹੋ। ਆਪ ਤਾਈ ਨਮਸਕਾਰ ਹੈ। ਆਪ ਜੀ ਪਦਮਾ ਵੱਟੇ ਖਰੀਦੇ ਨਹੀਂ ਜਾਂਦੇ। ਆਪ ਜੀ ਨਮਸਤੰ ਅਨੀਲੇ, ਜੋ ਕਾਲ ਹੈ ਸਾਰਿਆਂ ਨੂੰ ਨਿਗਲਦਾ ਹੈ, ਸਾਰਿਆਂ ਨੂੰ ਭਖਣ ਕਰਦਾ ਹੈ। ਆਪ ਜੀ ਕਾਲ ਦੇ ਵੱਸ ਵੀ ਨਹੀਂ ਆਉਂਦੇ। ਕਾਲ ਦੇ ਨਿਗਲਣ ਤੋਂ ਆਪ ਜੀ ਰਹਿਤ ਹੋ। ਗਿਣਤੀ ਮਿਣਤੀ ਵਿੱਚ ਨਹੀਂ ਆਉਂਦੇ। ਕਿਸੇ ਰੰਗ ਤੋਂ ਰਹਿਤ ਹੋ ਤੇ ਆਪ ਜੀ ਕਲੰਕ ਤੋਂ ਰਹਿਤ ਹੋ। ਸੱਚੇ ਪਾਤਸ਼ਾਹ ਆਪ ਤਾਈ ਨਮਸਕਾਰ ਹੈ। ਨਮਸਤੰ ਅਨਾਦੇ। ਅਨਾਦੇ ਅਨ ਆਦ, ਅਨ ਕਹਿੰਦੇ ਨੇ ਰਹਿਤ ਨੂੰ, ਆਦ ਉਹ ਆਦ ਤੋਂ ਰਹਿਤ ਹੈ। ਆਪਾਂ ਕਹਿ ਨਹੀਂ ਸਕਦੇ ਕੌਣ ਕਹੈ ਤੂੰ ਕਦ ਕਾ। ਹੁਣ ਆਪਾਂ ਜਨਮ ਲੈਂਦੇ ਹਾਂ, ਆਪਾਂ ਕਹਿੰਦੇ ਆ ਫਲਾਣੇ ਦਾ ਜਨਮ 1986 'ਚ ਹੋਇਆ, ਫਲਾਣੇ ਦਾ ਜਨਮ ਇੰਨੇ ਸੰਨ ਵਿੱਚ ਹੋਇਆ, ਉਹ ਇੰਨੇ ਸੰਨ ਵਿੱਚ ਜੰਮਿਆ। ਪਰ ਆਪਾਂ ਪਰਮਾਤਮਾ ਨੂੰ ਨਹੀਂ ਕਹਿ ਸਕਦੇ ਕਿ ਪਰਮਾਤਮਾ ਨੇ ਇੰਨੇ ਸੰਨ ਵਿੱਚ ਜਨਮ ਲਿਆ। ਉਹਦਾ ਆਦ ਆਪਾਂ ਕਹਿ ਨਹੀਂ ਸਕਦੇ, ਉਹ ਆਦ ਤੋਂ ਰਹਿਤ ਹੈ। ਕੌਣ ਕਹੈ ਤੂੰ ਕਦ ਕਾ, ਕੋਈ ਕਹਿ ਨਹੀਂ ਸਕਦਾ ਕਿ ਪਰਮਾਤਮਾ ਕਦੋਂ ਦਾ ਹੈ। ਐਸੇ ਪਰਮਾਤਮਾ ਤਾਈ ਨਮਸਕਾਰ ਹੈ। ਨਮਸਤੰ ਅਛੇਦੇ। ਉਹ ਛੇਦਣ ਤੋਂ, ਕੱਟਣ ਤੋਂ ਰਹਿਤ ਹੈ। ਉਸ ਨੂੰ ਕੋਈ ਕੱਟ ਨਹੀਂ ਸਕਦਾ। ਹੁਣ ਆਪਣੀਆਂ ਤਾਂ ਕੋਈ ਆਪਣੇ ਕਿਰਪਾਨ, ਕੋਈ ਗੁੱਟ 'ਤੇ ਮਾਰੇ, ਗੁੱਟ ਲਾ ਕੇ ਉਹ ਮਾਰਿਆ, ਕੱਟ ਸਕਦਾ ਹੈ, ਆਪਾਂ ਨੂੰ ਛੇਦ ਕਰ ਸਕਦਾ ਹੈ। ਆ ਬੀਬੀਆਂ ਜਿਵੇਂ ਰਸੋਈ ਵਿੱਚ ਸਬਜ਼ੀਆਂ ਕੱਟਦੀਆਂ ਨੇ, ਆਪਣੇ ਚਾਕੂ ਵੱਜ ਜਾਂਦਾ ਹੈ, ਜਦੇ ਖੂਨ ਵਗਦਾ ਹੈ, ਕੱਟ ਲੱਗ ਜਾਂਦਾ ਹੈ, ਆਪਾਂ ਛੇਦੇ ਜਾਂਦੇ ਹਾਂ। ਪਰ ਜੋ ਪਰਮਾਤਮਾ ਹੈ ਉਹ ਛੇਦਣ ਤੋਂ ਰਹਿਤ ਹੈ। ਨੈਨੰਗ ਛਜੰਤੀ ਸ਼ਾਸਤਰਾਣੀ, ਨੈਨੰਗ ਤਜੰਤੀ ਪਾਵਕਾ, ਨਾਚ ਕਲ ਦਯੰਤੀ ਆਪੋ। ਜੋ ਪਰਮਾਤਮਾ ਹੈ ਨੈਨੰਗ ਛਜੰਤੀ ਸ਼ਾਸਤਰਾਣੀ, ਨਾ ਕਿਸੇ ਸ਼ਾਸਤਰ ਨਾਲ ਉਹ ਕੱਟਿਆ ਜਾਂਦਾ ਹੈ। ਨੈਨੰਗ ਦਜੰਤੀ ਪਾਪਕਾ, ਪਾਪਕਾ ਕਹਿੰਦੇ ਨੇ ਅੱਗ ਨੂੰ, ਨਾ ਹੀ ਅੱਗ ਨਾਲ ਸਾੜਿਆ ਜਾਂਦਾ ਹੈ। ਨਾਚ ਕਲ ਦਯੰਤੀ ਆਪੋ, ਨਾ ਹੀ ਉਹ ਜਲ ਵਿੱਚ ਡੁੱਬਦਾ ਹੈ। ਸੱਚੇ ਪਾਤਸ਼ਾਹ ਜੀ ਆਪ ਜੀ ਕੱਟਣ ਤੋਂ, ਛੇਦਣ ਤੋਂ ਆਪ ਜੀ ਰਹਿਤ ਹੋ। ਆਪ ਤਾਈ ਨਮਸਕਾਰ ਹੈ। ਨਮਸਤੰ ਅਗਾਧੇ। ਬਲਕਿ ਨਮਸਤੰ ਅਛੇਦੇ, ਸਾਰਿਆਂ ਤਾਈ ਆਪ ਜੀ ਛੇਦਣ ਵਾਲੇ ਹੋ। ਨਮਸਤੰ ਅਗਾਧੇ। ਅਗਾਧੇ, ਗਾਧੇ ਕਹਿੰਦੇ ਨੇ ਹੋਛੇ ਪੁਣੇ ਨੂੰ। ਆਪ ਜੀ ਹੋਛੇ ਪੁਣੇ ਤੋਂ ਰਹਿਤ ਹੋ। ਸੱਚੇ ਪਾਤਸ਼ਾਹ ਜੀ ਆਪ ਤਾਈ ਨਮਸਕਾਰ ਹੈ। ਅਗਾਧ, ਅਗਾਧ ਕਹਿੰਦੇ ਨੇ ਡੂੰਘੇ ਨੂੰ। ਆਪ ਜੀ ਡੂੰਘੇ, ਗਹਿਰ, ਗੰਭੀਰ ਹੋ। ਸੱਚੇ ਪਾਤਸ਼ਾਹ ਜੀ ਆਪ ਤਾਈ ਨਮਸਕਾਰ ਹੈ। ਉਸ ਤੋਂ ਬਾਅਦ ਅਗਾਧੇ, ਅੱਗਾਂ, ਐੜਾ ਗੱਗੇ ਨੂੰ ਕਰਨਾ, ਅੱਗਾਂ ਜੋ ਅਗਨੀ ਹੈ, ਅਗਨੀਆਂ ਦੇ ਆਪ ਜੀ ਤੇ ਆਸਰਾ ਰੂਪ ਹੋ। ਸੱਚੇ ਪਾਤਸ਼ਾਹ ਜੀ ਆਪ ਜੀ ਡੂੰਘੇ, ਗਹਿਰ, ਗੰਭੀਰ ਹੋ, ਹੋਛੇ ਪੁਣੇ ਤੋਂ ਰਹਿਤ ਹੋ, ਤੇ ਅੱਗਾਂ ਆਦਿ ਦੇ ਵੀ ਆਪ ਜੀ ਆਸਰੇ ਹੋ। ਆਪ ਤਾਈ ਨਮਸਕਾਰ ਹੈ। ਨਮਸਤੰ ਅਗੰਜੇ। ਆਪ ਜੀ ਕੱਟਣ ਤੋਂ ਰਹਿਤ ਹੋ। ਕੋਈ ਆਪ ਜੀ ਨੂੰ ਕੱਟ ਨਹੀਂ ਸਕਦਾ, ਭਾਵ ਕਿ ਸਾਰਿਆਂ ਨੂੰ ਆਪ ਜੀ ਕੱਟਣ ਵਾਲੇ ਹੋ। ਅਗ ਅੰਜੇ, ਜੋ ਅਗ ਆਦਿਕ ਹੈ, ਇਸਦੇ ਆਪ ਜੀ ਅੰਜੇ ਪ੍ਰੇਰਕ ਹੋ। ਨਮਸਤੰ ਅਭੰਜੇ। ਆਪ ਜੀ ਭੰਨਣ ਤੋਂ ਰਹਿਤ ਹੋ। ਆਪ ਜੀ ਨੂੰ ਕੋਈ ਭੰਨ ਨਹੀਂ ਸਕਦਾ। ਅੰਬ ਕਹਿੰਦੇ ਨੇ ਪਾਣੀ ਨੂੰ, ਅੰਜੇ ਕਹਿੰਦੇ ਨੇ ਪ੍ਰੇਰਕ ਨੂੰ, ਤੇ ਆਪ ਜੀ
ਪਾਣੀ ਦੇ ਵੀ ਪ੍ਰੇਰਕ ਹੋ। ਤੇ ਨਮਸਤੰ ਅਗੰਜੇ, ਕੋਈ ਸ਼ਾਸਤਰਾਂ ਕਰਕੇ, ਗਿਆਨ ਦੀਆਂ ਜੁਗਤੀਆਂ ਕਰਕੇ ਆਪ ਜੀ ਨੂੰ ਕੱਟ ਨਹੀਂ ਸਕਦਾ। ਜਿਵੇਂ ਕੋਈ ਸ਼ਾਸਤਰਾਂ ਵੇਦਾਂ ਦੁਆਰਾ, ਬਾਣੀ ਦੁਆਰਾ ਕਿਸੇ ਦਾ ਖੰਡਨ ਕਰਕੇ ਉਸ ਨੂੰ ਕੱਟਦਾ ਹੈ ਨਾ, ਬਲਕਿ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਉਹ ਆਪ ਜੀ ਦੀ ਹੀ ਬਾਣੀ ਸਾਰੇ ਪਖੰਡਾਂ ਨੂੰ ਕੱਟਣ ਵਾਲੀ ਹੈ। ਇਹ ਅਕਾਲ ਪੁਰਖ ਆਪ ਦੀ ਹੀ ਬਾਣੀ ਸਾਰੇ ਪਖੰਡਾਂ ਨੂੰ ਕੱਟਣ ਵਾਲੀ ਹੈ, ਨਾਸ਼ ਕਰਨ ਵਾਲੀ ਹੈ। ਆਪ ਤਾਈ ਨਮਸਕਾਰ ਹੈ। ਨਮਸਤੰ ਅਭੰਜੇ, ਜੋ ਭੰਨਣ ਤੋਂ ਰਹਿਤ ਹੈ, ਆਪ ਤਾਈ ਨਮਸਕਾਰ ਹੈ। ਨਮਸਤੰ ਉਦਾਰੇ, ਉਦਾਰੇ ਕਹਿੰਦੇ ਨੇ ਦਿਆਲੂ ਨੂੰ। ਆਪਾਂ ਕਹਿੰਦੇ ਨੇ ਫਲਾਣਾ ਬੰਦਾ ਬੜਾ ਉਦਾਰ ਦਿਲ ਹੈ। ਉਦਾਰੇ ਕਹਿੰਦੇ ਨੇ ਸੱਚੇ ਪਾਤਸ਼ਾਹ ਜੀ, ਉਹ ਆਪ ਜੀ ਸ੍ਰੇਸ਼ਟ ਦਾਤੇ ਹੋ, ਆਪ ਜੀ ਵੱਡੇ ਹੋ, ਆਪ ਤਾਈ ਨਮਸਕਾਰ ਹੈ। ਇਸ ਦਾ ਵੱਖਰਾ ਕਰਕੇ ਅਰਥ ਕਰਦੇ ਨੇ। ਊੜੇ ਨੂੰ ਔਂਕੜ, ਉਹਦਾ ਅਰਥ ਹੈ ਉਹ ਵਿਸ਼ੇਸ਼ ਕਰਕੇ ਦਾਰੇ, ਸਾਰਿਆਂ ਨੂੰ ਦਲਣ ਵਾਲਾ ਉਹ ਪਰਮਾਤਮਾ ਹੈ। ਹੇ ਐਸੇ ਅਕਾਲ ਪੁਰਖ, ਆਪ ਤਾਈ ਨਮਸਕਾਰ ਹੈ। ਨਮਸਤੰ ਅਪਾਰੇ, ਜਿਸ ਦਾ ਕੋਈ ਪਾਰਾਵਾਰ ਨਹੀਂ ਹੈ, ਜਿਸ ਦਾ ਕੋਈ ਅੰਤ ਨਹੀਂ ਹੈ, ਐਸੇ ਪਰਮਾਤਮਾ ਆਪ ਤਾਈ ਨਮਸਕਾਰ ਹੈ। ਨਮਸਤੰ ਅਪਾਰੇ, ਜੋ ਪਰਾ ਰੂਪ ਹੈ। ਪਰਾ ਰੂਪ ਕਹਿੰਦੇ ਨੇ ਉਤਕ੍ਰਿਸ਼ਟ, ਸਭ ਨਾਲੋਂ ਚੰਗਾ, ਜੋ ਪਰੇ ਹੈ, ਭਾਵ ਕਿ ਜਿਸ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ, ਜੋ ਪਰਾ ਰੂਪ ਹੈ, ਐਸੇ ਪਰਮਾਤਮਾ ਤਾਈ ਨਮਸਕਾਰ ਹੈ। ਨਮਸਤੰ ਸੋ ਏਕੈ, ਨਮਸਤੰ ਅਪਾਰੇ, ਪਾਰੇ ਜੋ ਮਾਇਆ ਹੈ, ਆਪ ਜੀ ਮਾਇਆ ਤੋਂ ਵੀ ਰਹਿਤ ਹੋ, ਪਾਰੇ ਪਰੇ ਹੋ ਆਪ ਜੀ। ਪਾਰੇ ਆਪ ਜੀ ਪਾਲਣਾ ਤੋਂ ਰਹਿਤ ਹੋ। ਨਮਸਤੰ ਅਪਾਰੇ, ਆਪ ਜੀ ਨੂੰ ਕੋਈ ਪਾਲ ਨਹੀਂ ਸਕਦਾ। ਹੁਣ ਆਪਾਂ ਬਾਲ ਅਵਸਥਾ ਵਿੱਚ ਹੋਈਏ, ਜਾਂ ਆਪਾਂ ਨੂੰ ਮਾਂ ਪਿਓ ਪਾਲਦੇ ਨੇ, ਜਾਂ ਆਪਾਂ ਹੋਰ ਕਿਸੇ ਦੇ ਆਸਰੇ ਪਾਲਦੇ ਹਾਂ, ਪਰ ਪਰਮਾਤਮਾ ਨੂੰ ਕੋਈ ਪਾਲ ਨਹੀਂ ਸਕਦਾ। ਪਾਰੇ ਬਲਕਿ ਅਪਾਰੇ, ਸਾਰਿਆਂ ਵਿੱਚ ਆਇਆ ਹੋਇਆ ਹੈ, ਸਾਰਿਆਂ ਦੀ ਪਾਲਣਾ ਕਰਨ ਵਾਲਾ ਪਰਮਾਤਮਾ ਆਪ ਹੈ, ਅਕਾਲ ਪੁਰਖ ਆਪ ਹੈ। ਐਸੇ ਅਕਾਲ ਪੁਰਖ ਤਾਹੀਂ ਮੇਰੀ ਨਮਸਕਾਰ ਹੈ। ਸੋ ਦੇਖੋ ਕਿੱਡੇ ਕਿੱਡੇ ਗੁਣ ਕਲਗੀਧਰ ਪਿਤਾ ਜੀ ਨੇ ਪਰਮਾਤਮਾ ਦੇ ਇਹ ਉਚਾਰੇ ਨੇ, ਕਿ ਉਹ ਕੱਟਣ ਤੋਂ ਰਹਿਤ ਹੈ, ਉਹ ਦੇਹਾਂ ਵਿੱਚ ਨਹੀਂ ਆਉਂਦਾ, ਸਾਰਿਆਂ ਨੂੰ ਪਾਲਣ ਵਾਲਾ ਹੈ। ਇਹ ਕਿਰਤਮ ਨਾਮ ਨੇ, ਜੋ ਕਰਮਾਂ ਤੋਂ ਨਾਮ ਉਚਾਰੇ ਜਾਂਦੇ ਨੇ। ਜਿਵੇਂ ਕੋਈ ਕਰਮ ਕਰਦਾ ਹੈ, ਉਸ ਤਰ੍ਹਾਂ ਨਾਮ ਉਚਾਰੇ ਜਾਂਦੇ ਨੇ। ਮਹਾਰਾਜ ਕਹਿੰਦੇ ਕਰਮ ਨਾਮ ਬਰਨਤ ਸਮਤ। ਸੱਚੇ ਪਾਤਸ਼ਾਹ ਜੀ, ਜਿੰਨੀ ਆਪ ਜੀ ਨੇ ਸ੍ਰੇਸ਼ਟ ਮਤੀ ਬਖਸ਼ੀ ਹੈ, ਉਨੀ ਆਪ ਜੀ ਦੀ ਕਿਰਪਾ ਨਾਲ ਇਹ ਨਾਮ ਉਚਾਰਦਾ ਹਾਂ। ਇਹ ਕਲਗੀਧਰ ਪਿਤਾ ਜੀ ਨਿਮਰਤਾ ਜਣਾ ਰਹੇ ਨੇ, ਆਪ ਰੱਬ ਹੋ ਕੇ ਵੀ। ਸੋ ਇੱਥੇ ਤੱਕ ਪ੍ਰਵਾਨ ਕਰਨਾ। ਅਗਲਾ ਜੋ ਹੈ ਆਪਾਂ ਕੱਲ੍ਹ ਨੂੰ ਸਰਵਣ ਕਰਨਾ ਕਰਾਂਗੇ। ਅੱਜ ਭੁਜੰਗ ਪ੍ਰਿਆਤ ਛੰਦ ਦੀਆਂ 8 ਪੌੜੀਆਂ ਹੋ ਚੁੱਕੀਆਂ ਨੇ। ਉਸ ਤੋਂ ਬਾਅਦ ਅੱਗੇ ਜਿਵੇਂ ਸਤਿਗੁਰਾਂ ਦਾ ਹੁਕਮ ਹੋਇਆ, ਸਤਿਗੁਰੂ ਜੀ ਆਪ ਹੀ ਕਿਰਪਾ ਕਰਕੇ ਕਰਵਾ ਲੈਣ, ਕਿਉਂਕਿ ਮੱਤ ਛੋਟੀ ਹੈ, ਬੁੱਧੀ ਛੋਟੀ ਹੈ, ਸਾਨੂੰ ਅਰਥਾਂ ਦੀ ਸੋਝੀ ਨਹੀਂ ਹੈ। ਸਤਿਗੁਰੂ ਜੀ ਆਪ ਹੀ ਅਰਥ ਕਰਵਾਉਂਦੇ ਨੇ, ਆਪ ਹੀ ਕਿਰਪਾ ਕਰਦੇ ਨੇ, ਕਿਉਂਕਿ ਬੰਦਾ ਕਹਿ ਨਹੀਂ ਸਕਦਾ ਕਿ ਮੈਂ ਇਹ ਆਪ ਕਰਦਾ ਹਾਂ, ਕੋਈ ਦਾਅਵਾ ਨਹੀਂ ਕਰ ਸਕਦਾ। ਇਹ ਸਭ ਕੁਛ ਪਰਮੇਸ਼ਰ ਕਰਨ ਕਰਾਉਣ ਵਾਲਾ ਹੈ, ਉਹਦੀ ਕਿਰਪਾ ਨਾਲ ਹੀ ਸਭ ਕੁਛ ਹੁੰਦਾ ਹੈ। ਜੇ ਬੰਦਾ ਹੰਕਾਰ ਕਰੇ ਕਿ ਮੈਂ ਇਹ ਕੀਤਾ, ਮੈਂ ਕਥਾ ਕੀਤੀ, ਮੈਂ ਫਲਾਣਾ ਕੰਮ ਕੀਤਾ, ਮੈਂ ਕੀਰਤਨ ਕੀਤਾ, ਉਹ ਬੰਦਾ ਨਹੀਂ ਕਰ ਸਕਦਾ। ਜੇ ਰੱਬ ਨਾ ਕਰੇ ਕਿਸੇ ਦੀ ਜ਼ੁਬਾਨ ਖੜ੍ਹ ਜੇ, ਬੰਦਾ ਕਿਵੇਂ ਬੋਲ ਲਵੇ? ਕਿਸੇ ਦਾ ਹੱਥ ਕੱਟਿਆ ਗਿਆ, ਕਿਸੇ ਨੂੰ ਕੋਈ ਰੋਗ ਲੱਗ ਗਿਆ, ਕਿਵੇਂ ਕੋਈ ਚੱਲ ਸਕਦਾ ਹੈ? ਇਹ ਪਰਮਾਤਮਾ ਦੀ ਕਿਰਪਾ ਨਾਲ ਹੀ ਸਭ ਕੁਛ ਹੋ ਸਕਦਾ ਹੈ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਆਪਣੀ ਸੇਵਾ ਲੈਂਦੇ ਰਹਿਣ, ਚਰਨਾਂ ਦੀ ਧੂੜ ਸੰਗਤਾਂ ਦੀ ਬਖਸ਼ਦੇ ਰਹਿਣ। ਦੇਹੋ ਸੱਜਣ ਸੀਸਣੀਆਂ, ਜੋ ਹੋਵੈ ਸਾਹਿਬ ਸਿਓ ਮੇਲ।
ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।